ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਪ੍ਰਾਈਮ ਟਾਈਮ 'ਚ ਅੱਜ ਗੱਲ ਨਸ਼ੇ ਦੀ। ਕੋਈ ਵੀ ਸਰਕਾਰ ਹੋਵੇ, ਨਸ਼ੇ ਦਾ ਮੁੱਦਾ ਪੰਜਾਬ 'ਚ ਹਮੇਸ਼ਾ ਤੋਂ ਗਰਮਾਇਆ ਰਿਹਾ ਹੈ। ਅਕਾਲੀ ਸਰਕਾਰ ਦੇ ਸਮੇਂ ਤੋਂ ਇਹ ਮੁੱਦਾ ਸੁਰਖੀਆਂ ਦੇ ਵਿੱਚ ਆਇਆ। ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵਿੱਚ ਵੀ ਇਸ ਮੁੱਦੇ ਨੂੰ ਖੂਬ ਭੁਨਾਇਆ ਗਿਆ, ਪਰ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਤੇ ਹੁਣ ਆਮ ਆਦਮੀ ਪਾਰਟੀ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇ। ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਜਾਂਦੇ ਨੇ, ਪੁਲਿਸ ਐਕਸ਼ਨ ਵੀ ਕਰਦੀ ਹੈ, ਵੱਡੀਆਂ ਰੇਡਾਂ ਵੀ ਮਾਰੀਆਂ ਜਾਂਦੀਆਂ, ਸਰਚ ਆਪਰੇਸ਼ਨ ਵੀ ਚਲਾਏ ਜਾਂਦੇ ਹੈ, ਪਰ ਫਿਰ ਵੀ ਨਸ਼ੇ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਤੇ ਇਹਨਾਂ ਨੂੰ ਪੱਟਣਾ ਜਾਂ ਜੜੋਂ ਉਖਾੜਨਾ ਇੰਨਾ ਆਸਾਨ ਨਹੀਂ ਹੈ। ਪਰ ਪੁਲਿਸ ਆਪਣੇ ਕੰਮ 'ਚ ਜੁਟੀ ਹੋਈ ਹੈ। ਸੋ ਅੱਜ ਵੀ ਵੱਖ-ਵੱਖ ਥਾਵਾਂ ਤੇ ਰੇਡਸ ਕੀਤੀਆਂ ਗਈਆਂ, ਪੁਲਿਸ ਨੇ ਸਰਚ ਆਪਰੇਸ਼ਨ ਚਲਾਏ ਔਰ ਲਗਾਤਾਰ ਪੁਲਿਸ ਇਸ ਕੋਸ਼ਿਸ਼ 'ਚ ਹੈ ਕਿ ਕਿਸੇ ਤਰੀਕੇ ਇਹ ਦਾਗ ਜਿਹੜੇ ਨੇ ਉਹ ਪੰਜਾਬ ਦੇ ਦਾਮਨ ਤੋਂ ਧੋਤੇ ਜਾ ਸਕਣ। ਪਹਿਲਾਂ ਇੱਕ ਰਿਪੋਰਟ ਦਿਖਾਉਣੇ ਆ ਇਸ ਬਾਬਤ ਔਰ ਉਸ ਤੋਂ ਬਾਅਦ ਚਰਚਾ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜਨਗੇ। ਤਸਵੀਰਾਂ ਪੰਜ ਨੇ ਪਰ ਮਕਸਦ ਇੱਕ, ਨਸ਼ੇ ਦਾ ਖਾਤਮਾ। ਸੜਕ ਤੋਂ ਲੈ ਕੇ ਘਰਾਂ ਤੱਕ ਹੱਥਾਂ 'ਚ ਬੰਦੂਕ ਫੜੇ ਤਲਾਸ਼ੀ ਲੈਂਦੇ ਇਹਨਾਂ ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ਨਸ਼ੇ ਦੇ ਖਿਲਾਫ ਐਕਸ਼ਨ ਨੂੰ ਬਿਆਨ ਕਰ ਰਹੀਆਂ ਨੇ। ਵੱਧਦੇ ਨਸ਼ੇ ਨੂੰ ਤਰਾਸ਼ਾਈ ਕਰਨ ਦੇ ਲਈ ਪੁਲਿਸ ਨੇ ਅਲੱਗ-ਅਲੱਗ ਜਗ੍ਹਾ ਛਾਪੇਮਾਰੀ ਕੀਤੀ ਹੈ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਸੈਨਾ ਦੇ ਨਾਲ ਮਿਲ ਕੇ ਪੁਲਿਸ ਨੇ ਨਸ਼ੇ ਦੇ ਖਿਲਾਫ ਮੁਸਤੈਦੀ ਦਿਖਾਈ। ਉੱਥੇ ਘਰਾਂ 'ਚ ਤਲਾਸ਼ੀ ਲੈਂਦੇ ਪੁਲਿਸ ਅਧਿਕਾਰੀਆਂ ਦੀਆਂ ਇਹ ਤਸਵੀਰਾਂ ਫਤਿਹਗੜ੍ਹ ਸਾਹਿਬ ਦੀਆਂ ਨੇ। ਸੜਕ ਤੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕਰਨ ਵਾਲੀਆਂ ਇਹ ਤਸਵੀਰਾਂ ਪਠਾਨਕੋਟ ਤੋਂ ਨੇ। ਪੁਲਿਸ ਨੇ ਵੱਖ-ਵੱਖ 5 ਜਗ੍ਹਾ ਤੇ ਰੇਡ ਕੀਤੀ ਹੈ, ਜਿਸ 'ਚ ਤਰਨਤਾਰਨ ਤੇ ਹੁਸ਼ਿਆਰਪੁਰ 'ਚ ਵੀ ਨਸ਼ੇ ਦੇ ਖਿਲਾਫ ਪੁਲਿਸ ਦੀ ਕਾਰਵਾਈ ਦਿਖਾਈ ਦਿੱਤੀ। ਅਸੀਂ ਜੀ ਆਲਮੋਸਟ 250 ਬੰਦੇ ਲਗਾਏ ਹੈਗੇ। ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ, ਕਿਉਂਕਿ ਜਿਹੜਾ ਡਰੱਗ ਹੌਟਸਪੌਟ ਅਸੀਂ ਆਈਡੈਂਟੀਫਾਈ ਕੀਤਾ ਸੀਗਾ, ਉੱਥੇ ਅਸੀਂ ਪੂਰੇ ਤਰਤੀਬਵਾਰ ਮੁਕੰਮਲ ਕਾਰਗੁਜ਼ਾਰੀ ਕਰਨੀ ਹੈ ਤੇ ਇੱਥੇ ਕੋਈ ਵੀ ਨਸ਼ਾ ਤਸਕਰੀ ਅਗਰ ਕਰੇਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਕਰਾਂਗੇ। ਇਸ ਦੀ ਕੋਈ ਜਾਣਕਾਰੀ ਸਵੇਰੇ ਮਿਲੀ ਸੀਗੀ ਜਾਂ ਕੀ ਵਜ੍ਹਾ ਸੀਗੀ? ਇਹ ਜੀ ਸਾਡਾ ਇੱਕ ਆਈਡੈਂਟੀਫਾਈਡ ਹੌਟਸਪੌਟ ਹੈਗਾ, ਜਿੱਥੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਵੀ ਸੀਗੀ ਹੈ, ਕੁਛ ਨਾ ਕੁਛ ਸਪਲਾਈ ਵਗੈਰਾ ਚੱਲ ਰਹੀ ਹੈ ਤੇ ਸਾਡਾ ਉਪਰਾਲਾ ਇਹੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਦੇ ਦਿਮਾਗ 'ਚ ਇਹ ਗਲਤਫਹਿਮੀ ਨਾ ਰਹਿਣ ਦਈਏ ਕਿ ਉਹ ਨਸ਼ਾ ਵੇਚ ਸਕਦੇ ਨੇ ਜਾਂ ਫਿਰ ਪੰਜਾਬ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਪੁਲਿਸ ਦੀ ਕਾਰਵਾਈ ਦੱਸ ਰਹੀ ਹੈ ਕਿ ਨਸ਼ੇ ਨੂੰ ਲੈ ਕੇ ਪੁਲਿਸ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਦੇ ਮੂਡ 'ਚ ਨਹੀਂ ਹੈ। ਇਹ ਐਕਸ਼ਨ ਨਸ਼ੇ ਦੇ ਸੁਦਾਗਰਾਂ ਦੇ ਲਈ ਚੇਤਾਵਨੀ ਭਰਿਆ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਡਰੱਗਸ ਦੇ ਮੁੱਦੇ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ। ਸਰਕਾਰ ਸਾਫ਼ ਤੌਰ ਤੇ ਜਿਹੜੇ ਸੀਨੀਅਰ ਆਫੀਸਰਸ ਨੇ ਉਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਕਿ ਕਿਸੇ ਵੀ ਤਰ੍ਹਾਂ ਇਹ ਟੋਲਰੇਟ ਨਹੀਂ ਕੀਤਾ ਜਾਏਗਾ। ਲਗਾਤਾਰ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਲਗਾਤਾਰ, ਕਿਉਂਕਿ ਇੱਕ ਪੁਆਇੰਟ ਤੇ ਚੈੱਕ ਕੀਤਾ ਜਾ ਰਿਹਾ, ਇੱਕ ਪੁਆਇੰਟ ਤੇ ਲਗਾਤਾਰ ਅਸੀਂ ਕੋਸ਼ਿਸ਼ ਕੀਤੀ ਰਿਐਲਿਟੀ ਚੈੱਕ ਜਿਹੜੇ ਦੇਖਣ ਦੀ। ਇੱਥੇ ਇਹ ਬਾਰਡਰ ਏਰੀਆ ਦਾ ਪਿੰਡ ਹੈਗਾ ਪਵਾਲਾ, ਇਹ ਪੂਰਾ ਜਿਹੜਾ ਹੈ ਚੈੱਕ ਕੀਤਾ ਗਿਆ, ਘਰਾਂ 'ਚ ਵੜ ਕੇ ਪੂਰਾ ਜਿਹੜੇ ਹੈਗੀ ਚੈਕਿੰਗ ਕੀਤੀ ਗਈ ਹੈ। ਪੁਲਿਸ ਨੇ ਸਿਰਫ ਤਲਾਸ਼ੀ ਹੀ ਨਹੀਂ ਲਈ, ਬਲਕਿ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਇੱਕ ਪਹਿਲ ਵੀ ਕੀਤੀ ਹੈ। ਪੁਲਿਸ ਨੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਨਸ਼ੇ ਦੇ ਖਾਤਮੇ ਦੇ ਲਈ ਉਹਨਾਂ ਦਾ ਸਹਿਯੋਗ ਮੰਗਿਆ। ਪੁਲਿਸ ਨੇ ਪੰਚਾਇਤਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਫੜਨ 'ਚ ਮਦਦ ਮੰਗੀ ਹੈ। ਹੁਣ ਦੇਖਣਾ ਇਹ ਹੈ ਕਿ ਨਸ਼ੇ ਦੇ ਖਿਲਾਫ ਇਹ ਐਕਸ਼ਨ ਡਰੱਗਸ ਦੇ ਕਾਰੋਬਾਰ ਤੇ ਕਾਰੋਬਾਰੀਆਂ ਤੱਕ ਕਦੋਂ ਬ੍ਰੇਕ ਲਗਾ ਪਾਉਂਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਡਰੱਗਸ ਦੇ ਖਿਲਾਫ ਪੁਲਿਸ ਨੇ ਆਪਰੇਸ਼ਨ ਆਲ ਆਊਟ ਯਾਨੀ ਸਖਤ ਮੁਹਿੰਮ ਛੇੜੀ ਹੈ, ਪਰ ਸਵਾਲ ਇਹ ਹੈ ਕਿ ਮੁਹਿੰਮ ਕਿੰਨੀ ਅਸਰਦਾਰ ਰਹੇਗੀ। ਕਿ ਪੁਲਿਸ ਦੇ ਐਕਸ਼ਨ ਨਾਲ ਡਰੱਗਸ ਸਮਗਲਰਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ? ਸੜਕ ਤੋਂ ਘਰਾਂ ਤੱਕ ਕੀਤੀ ਰੇਡ ਨਾਲ ਕੀ ਵੱਡੇ ਨਸ਼ਾ ਤਸਕਰਾਂ ਦੀ ਪੈੜ ਨੱਪੀ ਜਾ ਸਕੇਗੀ? ਡਰੱਗਸ ਖਿਲਾਫ ਪੁਲਿਸ ਵੱਲੋਂ ਪੰਚਾਇਤਾਂ ਤੱਕ ਕੀਤੀ ਪਹੁੰਚ ਦੇ ਮਾਇਨੇ ਕੀ ਨੇ? ਪੁਲਿਸ ਦਾ ਐਕਸ਼ਨ ਤੇ ਪੰਚਾਇਤਾਂ ਦਾ ਸਾਥ ਤੇ ਆਮ ਲੋਕਾਂ ਦੀ ਹਿੱਸੇਦਾਰੀ ਕੀ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਪੱਟੇਗੀ? ਨਸ਼ੇ ਤੋਂ ਪੀੜਤ ਲੋਕਾਂ ਲਈ ਪ੍ਰਸ਼ਾਸਨ ਦੀ ਤਿਆਰੀ ਕੀ ਹੈ? ਇਹ ਵੀ ਇੱਕ ਸਵਾਲ ਹੈ। ਔਰ ਪੰਜਾਬ 'ਚ ਫੈਲੇ ਨਸ਼ੇ ਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਪੈਨਲ ਸਾਡੇ ਨਾਲ ਜੁੜਿਆ ਹੈ, ਸਾਰੇ ਮਹਿਮਾਨ ਜੁੜ ਗਏ ਨੇ ਵੱਖ-ਵੱਖ ਪਾਰਟੀਆਂ ਤੋਂ। ਉਹਨਾਂ ਦੇ ਨਾਲ ਗੱਲਬਾਤ ਨੂੰ ਅੱਗੇ ਵਧਾਵਾਂਗੇ। ਪਹਿਲਾਂ ਇੰਟਰੋਡਕਸ਼ਨ ਕਰਵਾਉਣੇ ਹੈ। ਨੀਲ ਗਰਗ ਸਾਡੇ ਨਾਲ ਜੁੜੇ ਨੇ ਆਮ ਆਦਮੀ
ਸੁਖਦੇਵ ਸਿੰਘ ਸਾਡੇ ਨਾਲ ਜੁੜੇ ਨੇ ਕਾਂਗਰਸ ਪਾਰਟੀ ਤੋਂ, ਅਮਰਦੀਪ ਸਿੰਘ ਧਾਰਨੀ ਸਾਹਿਬ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਔਰ ਕਮਲਜੀਤ ਸੋਈ ਸਾਡੇ ਨਾਲ ਜੁੜੇ ਨੇ ਬੀਜੇਪੀ ਤੋਂ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਮੈਂ ਗਰਗ ਸਾਹਿਬ ਤੁਹਾਡੇ ਤੋਂ ਕਰੂੰਗਾ। ਸਰਕਾਰ ਕਿਸੇ ਦੀ ਵੀ ਰਹੀ ਹੋਵੇ, ਨਸ਼ੇ ਦਾ ਮੁੱਦਾ ਜਿਹੜਾ ਹੈ ਇੱਕ ਸਮਾਜਿਕ ਮੁੱਦਾ ਹੈ, ਪਰ ਰਾਜਨੀਤਿਕ ਰੰਗਤ ਜ਼ਰੂਰ ਲੈਂਦਾ ਰਿਹਾ, ਔਰ ਕਿਤੇ ਨਾ ਕਿਤੇ ਰਾਜਨੀਤੀ ਤੇ ਬਹੁਤ ਹੋਈ ਤੇ ਅਸਲ ਜੜ ਜਿਹੜੀ ਹੈ ਉਹ ਕਿਸੇ ਨੇ ਵੀ ਨਹੀਂ ਪੱਟੀ। ਸੋ ਹੁਣ ਵੀ ਉਸੇ ਤਰੀਕੇ ਨਾਲ ਐਕਸ਼ਨ ਚੱਲ ਰਿਹਾ, ਰੇਡਸ ਚੱਲ ਰਹੀਆਂ ਨੇ, ਪਰ ਕੀ ਲੱਗਦਾ ਵੀ ਇੰਨਾ ਸੌਖਾ ਹੈ? ਬਰਾੜ ਸਾਹਿਬ ਦੇਖੋ, ਬਿਲਕੁਲ ਇਸ ਗੱਲ ਦੇ ਵਿੱਚ ਅਟਲ ਸੱਚਾਈ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਓਪਨਿੰਗ ਰਿਮਾਰਕਸ ਦੇ ਵਿੱਚ ਵੀ ਆਖਿਆ ਕਿ ਜਿਹੜੀਆਂ ਨਸ਼ੇ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਬੜੀਆਂ ਡੂੰਘੀਆਂ ਨੇ, ਇਸ ਨੇ ਪੰਜਾਬ ਦੀ ਇੱਕ ਜਿਹੜੀ ਹੈ ਪੀੜ੍ਹੀ ਜਿਹੜੀ ਆ ਉਹ ਨਸ਼ਿਆਂ ਨੇ ਖਤਮ ਕੀਤੀ ਹੈਗੀ ਆ। ਉਹ ਵੱਡਾ ਧੱਬਾ ਜਾਣੀ ਕਿ ਸਾਡੇ ਸਮਾਜ ਦੇ ਉੱਤੇ, ਪੰਜਾਬ ਦੇ ਉੱਤੇ ਹੈਗਾ। ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਦੇ ਜੋ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਹੈਗਾ ਨਸ਼ਿਆਂ ਦੇ ਕੋੜ ਨੂੰ ਖਤਮ ਕਰਨ ਵਾਸਤੇ ਜਿਹੜਾ ਵਿਆਪਕ ਇੱਕ ਨਸ਼ਾ ਵਿਰੋਧੀ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ। ਜਿੱਦਾਂ ਤੁਸੀਂ ਤੁਹਾਡੇ ਚੈਨਲ ਤੇ ਵੀ ਅੱਜ ਦਿਖਾਇਆ ਗਿਆ, ਰਿਐਲਿਟੀ ਚੈੱਕ ਵੀ ਕੀਤੀ ਗਈ ਕਿਸ ਤਰੀਕੇ ਨਾਲ ਜਿਹੜਾ ਹੈਗਾ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਆ ਖੁਦ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਇਹਦਾ ਨਤੀਜਾ ਇਹ ਹੈਗਾ, ਹਰ ਹਫ਼ਤੇ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ, ਜਿਸ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਨਸ਼ਾ ਤਸਕਰ ਫੜੇ ਗਏ ਨੇ, ਮਨੀ ਲਾਂਡਰ ਜਿਹੜਾ ਹੈਗਾ, ਡਰੱਗ ਮਨੀ ਹੈਗਾ ਉਹ ਫੜਿਆ ਗਿਆ ਹੈਗਾ, ਤੇ ਨਸ਼ੇ ਫੜੇ ਗਏ ਹੈਗੇ, ਤੇ ਉਹਨਾਂ ਤੇ ਕਿਸ ਤਰੀਕੇ ਨਾਲ ਜਿਹੜੀ FIR ਜਿਹੜੀਆਂ ਹੋ ਰਹੀਆਂ ਨੇ। ਔਰ ਖਾਸ ਕਰਕੇ ਜਿਹੜਾ ਹੈਗਾ, ਜਿਹੜੇ ਚੋਟੀ ਦੇ ਨਸ਼ਾ ਤਸਕਰ ਹੈਗੇ ਕਿਸੇ ਵੀ ਏਰੀਆ ਦੇ, ਉਹਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਔਰ ਜਦੋਂ ਨਸ਼ਾ ਤਸਕਰ ਫੜਿਆ ਜਾਂਦਾ, ਕੇਵਲ ਇਹ ਨਹੀਂ ਕਿ ਉਹਦੇ ਤੇ FIR ਹੋਏਗੀ, ਇਹ ਵੀ ਮਾਨ ਸਾਹਿਬ ਦੇ ਸਖਤ ਨਿਰਦੇਸ਼ ਨੇ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਵੀ ਜਿਹੜੀ ਹੈ ਉਹ ਜ਼ਬਤ ਕੀਤੀ ਜਾਵੇ। ਔਰ ਇਸ ਦਾ ਬਰਾੜ ਸਾਹਿਬ ਨਤੀਜੇ, ਸਾਰਥਕ ਨਤੀਜੇ ਆਉਣੇ ਵੀ ਸਾਹਮਣੇ ਸ਼ੁਰੂ ਹੋਏ ਆ। ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ 100% ਨਸ਼ੇ ਦੇ ਉੱਤੇ ਕਾਬੂ ਪੈ ਗਿਆ, ਪਰ ਅਸੀਂ ਜਿਹੜੀ ਉਹਦੀ ਸਪਲਾਈ ਚੇਨ ਸੀ ਬਹੁਤ ਹੱਦ ਤੱਕ ਟੁੱਟੀ ਹੈਗੀ ਹੈ। ਪਿੰਡਾਂ ਦੇ ਵਿੱਚ ਨਸ਼ਾ ਹੁਣ ਉਨੇ ਵਿਆਪਕ ਪੱਧਰ ਤੇ ਨਹੀਂ ਹੈਗਾ ਜਿੰਨਾ ਅੱਜ ਤੋਂ 5-7 ਮਹੀਨੇ ਪਹਿਲਾਂ ਜਾਂ ਸਾਲ 2 ਸਾਲ ਪਹਿਲਾਂ ਹੁੰਦਾ ਸੀ। ਅੱਜ ਉਸ ਲੈਵਲ ਤੇ ਨਹੀਂ ਹੈਗਾ। ਔਰ ਦੂਸਰੀ ਗੱਲ, ਜਿਸ ਤਰੀਕੇ ਨਾਲ ਲੋਕਾਂ ਦਾ ਸਹਿਯੋਗ ਮਿਲ ਰਿਹਾ, ਔਰ ਪੁਲਿਸ ਪ੍ਰਸ਼ਾਸਨ ਵੀ ਪੰਚਾਇਤਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਜਾਣੀ ਕਿ ਸਹਿਯੋਗ ਦੀ ਅਪੀਲ ਕਰ ਰਹੀ ਹੈ, ਕਿਉਂਕਿ ਪੀੜਤ ਇਸ ਤੋਂ ਆਮ ਲੋਕ ਹੀ ਨੇ। ਔਰ ਜਦੋਂ ਤੱਕ ਆਮ ਲੋਕ ਅੱਗੇ ਨਹੀਂ ਆਉਂਦੇ, ਕਿਉਂਕਿ ਆਪਾਂ ਨੂੰ ਜਦੋਂ ਜਿਹੜੇ ਪਿੰਡ 'ਚ ਵੀ ਰਹਿੰਦੇ ਆ, ਜਿਹੜੇ ਗਲੀ ਮੁਹੱਲੇ 'ਚ ਰਹਿੰਦੇ ਆ, ਸਾਨੂੰ ਐਗਜ਼ੈਕਟਲੀ ਪਤਾ ਹੁੰਦਾ ਹੈ ਕਿ ਕਿਹੜਾ ਨਸ਼ਾ ਵੇਚਦਾ ਤੇ ਕੌਣ ਕੀ ਕਰਦਾ ਹੈਗਾ। ਤੇ ਜੇਕਰ ਉਸ ਦੀ ਇਨਫੋਰਮੇਸ਼ਨ ਪੁਲਿਸ ਦੇ ਕੋਲੇ ਪ੍ਰੋਪਰ ਆਉਂਦੀ ਹੈ ਤੇ ਪੁਲਿਸ ਉਸ ਦੇ ਉੱਤੇ ਕਾਰਵਾਈ ਵੀ ਕਰਦੀ ਹੈਗੀ ਹੈ। ਔਰ ਤੁਹਾਡੇ ਚੈਨਲ ਤੇ ਵੀ ਜਿਸ ਤਰੀਕੇ ਨਾਲ ਦਿਖਾਇਆ ਗਿਆ ਕਿ ਜਿਹੜੇ ਪੁਲਿਸ ਆਫੀਸਰਸ ਨੇ ਉਹ ਪੂਰੀ ਮੁਸਤੈਦੀ ਦੇ ਨਾਲ ਜਿਹੜੀ ਉਹ ਮੁਹਿੰਮ ਚਲਾ ਰਹੇ ਨੇ। ਇੱਕ ਚੀਜ਼ ਹੋਰ ਜਿਹੜੀ ਬੜੀ ਉੱਭਰਵੀਂ ਸਾਹਮਣੇ ਆਈ ਹੈ, ਅਸੀਂ ਅਕਸਰ ਅਖਬਾਰਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਸੁਰਖੀਆਂ ਬਣਦੇ ਸੀ ਕਿ ਜਿਹੜਾ ਹੈਗਾ ਨਸ਼ੇ ਦੀ ਓਵਰਡੋਜ਼ ਦੇ ਨਾਲ ਫਲਾਣੇ ਪਿੰਡ 'ਚ ਇੰਨੀਆਂ ਮੌਤਾਂ, ਫਲਾਣਾ ਨੌਜਵਾਨ ਮਰ ਗਿਆ। ਅੱਜ ਵੀ ਆਉਂਦੀ ਹੈ ਖਬਰ, ਪਰ ਉਹ ਖਬਰਾਂ ਦੀ ਜਿਹੜੀ ਗਿਣਤੀ ਹੈ ਬਹੁਤ ਘਟ ਗਈ ਹੈਗੀ ਹੈ, ਔਰ ਉਹ ਨਾ ਦੇ ਬਰਾਬਰ ਹੀ ਹੈਗੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈਗਾ, ਜੇਕਰ ਲੋਕ ਪ੍ਰੋਪਰ ਸਹਿਯੋਗ ਦੇਣ ਔਰ ਜਿਸ ਤਰੀਕੇ ਨਾਲ ਭਗਵੰਤ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਪੁਲਿਸ ਨੂੰ ਹੈਗੇ ਆ, ਬਹੁਤ ਜਲਦੀ ਇਸ ਕੋਡ ਦੇ ਉੱਤੇ ਅਸੀਂ ਕਾਬੂ ਪਾ ਸਕਦੇ ਹਾਂ। ਬਾਕੀ ਪਾਰਟੀਆਂ ਦੇ ਵੀ ਨੁਮਾਇੰਦੇ ਬੈਠੇ ਨੇ, ਉਹਨਾਂ ਤੋਂ ਵੀ ਇੱਕ ਰਿਐਕਸ਼ਨ ਲੈ ਲੈਂਦੇ ਆ। ਧਾਰਨੀ ਸਾਹਿਬ, ਤੁਹਾਡੇ ਕੋਲ ਮੈਂ ਪਹਿਲਾਂ ਜਾਣਾ ਚਾਹੂੰਗਾ, ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਲੱਗਦਾ ਹੈ ਕਿ ਭਾਵੇਂ ਸਮਾਂ ਪਾ ਕੇ ਹੀ ਸਹੀ, ਪਰ ਅਲਟੀਮੇਟਲੀ ਇਸ ਤੇ ਲਗਾਮ ਤੇ ਲਾਈ ਜਾ ਸਕੇਗੀ? ਦੇਖੋ ਵਿਜੇ, ਮੈਨੂੰ ਇਹ ਲੱਗਦਾ ਹੈਗਾ, ਜੇ ਇਸ ਦੇ ਉੱਤੇ ਬੜੇ ਡਿਟੇਲ ਦੇ ਵਿੱਚ ਗੱਲ ਕਰੀ ਜਾਵੇ, ਇਹ ਨਸ਼ੇ ਦਾ ਜਿਹੜਾ ਪ੍ਰੋਸਪੈਕਟਸ ਹੈਗਾ ਇਹ ਬੜਾ ਅੱਡ ਹੈਗਾ, ਸਾਰੇ ਪਾਸੇ ਤੋਂ ਹੈ। ਇਹਨੂੰ ਚਾਹੇ ਅਸੀਂ ਕਾਨੂੰਨੀ ਤਰੀਕੇ ਦੇ ਨਾਲ ਦੇਖੀਏ, ਤੇ ਜੇ ਅਸੀਂ ਦੂਸਰੇ ਪਾਸੇ ਦੇਖੀਏ, ਇਹ ਜਿਹੜਾ ਲਾਅ ਹੈਗਾ NDPS ਐਕਟ ਹੈ ਜਿਹੜਾ, ਇਹ ਕਿਸੇ ਟਾਈਮ ਤੇ OPM ਜਾਂ ਐਕਸਾਈਜ਼ ਐਕਟ ਹੋਇਆ ਕਰਦੇ ਸੀ, ਜਿਹੜਾ ਬਾਅਦ ਦੇ ਵਿੱਚ ਬਦਲ ਕੇ ਰੂਪ ਹੈ ਜਿਹੜੇ। ਔਰ ਹਰ ਸਰਕਾਰ ਦੇ ਆਉਣ ਦੇ ਟਾਈਮ ਤੇ ਜਿਹੜਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈਗਾ ਕਿ ਕਾਨੂੰਨ ਦੀ ਖਿੱਲੀ ਜ਼ਰੂਰ ਅਡਾਈ ਜਾਂਦੀ ਹੈ। ਇੱਕ ਟਾਈਮ ਦੇ ਉੱਤੇ ਬਹੁਤ ਸਾਰੇ ਦੁਕਾਨਦਾਰਾਂ ਨੂੰ ਫੜ ਕੇ ਇਸ ਤਰ੍ਹਾਂ ਹੀ ਪੁਲਿਸ ਨੇ ਵਾਹਵਾ ਲੈਣ ਵਾਸਤੇ, ਤੁਹਾਨੂੰ ਯਾਦ ਹੋਊਗਾ ਕਿ ਜਿੰਨੇ ਦਵਾਈਆਂ ਵਾਲੇ ਹੁੰਦੇ ਸੀ ਉਹਨਾਂ ਪਰ ਫੜ ਕੇ ਪਰਚੇ ਦਰਜ ਕੀਤੇ ਗਏ, ਜਦੋਂ ਕਿ ਉਹ ਸਾਰੇ ਤੁਸੀਂ ਸਮਝਦੇ ਹੋ ਵੀ ਇਸ ਚੀਜ਼ ਨਾਲ ਫਰਕ ਪੈਂਦਾ ਹੈ? ਨਹੀਂ ਪੈਂਦਾ। ਮੈਂ ਦੇਖੋ, ਮੈਂ ਦੱਸਦਾ ਜੀ, ਮੈਂ ਵਕੀਲ ਹੈ, ਮੈਂ ਸਾਰਾ ਦਿਨ ਇਸੇ ਕੰਮ ਦੇ ਵਿੱਚ ਰਹਿਣਾ। ਮੈਨੂੰ ਇਹ ਵੀ ਪਤਾ ਹੈ ਕਿ ਇਹਦੀ ਆਊਟਪੁੱਟ ਕੀ ਹੈਗੀ ਆ, ਇਸ ਦੇ ਵਿੱਚ ਕਿੰਨੇ ਬੰਦੇ ਬਰੀ ਹੁੰਦੇ ਆ, ਕਿੰਨਿਆਂ ਦੇ ਉੱਤੇ ਪਰਚੇ ਦਰਜ ਹੁੰਦੇ ਆ, ਔਰ NDPS ਐਕਟ ਦੇ ਪਰਚੇ ਦਰਜ ਕਰਨ ਵਾਲਿਆਂ ਨੂੰ ਕਿੰਨੀ ਕੁ ਨੌਲੇਜ ਹੈ। ਮੈਂ ਵਕੀਲ ਹੋਣ ਦੇ ਨਾਤੇ ਮੈਂ ਚੈਲੰਜ ਕਰਕੇ ਕਹਿ ਸਕਦਾ ਹਾਂ ਕਿ ਪੁਲਿਸ ਵਾਲੇ ਜਿਹੜੇ ਹੈਗੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ NDPS ਐਕਟ ਕਿੰਨਾ ਕੁ ਔਰ ਕੀ ਹੈਗਾ। ਔਰ ਡਰੱਗ ਐਂਡ ਕਾਸਮੈਟਿਕ ਐਕਟ ਨੂੰ ਜਿਹੜਾ ਹੈਗਾ,
ਇਹਨਾਂ ਨੇ NDPS ਦੇ ਥੱਲੇ ਲਿਆ ਕੇ ਕਿੰਨੇ ਲੋਕਾਂ ਦੇ ਉੱਤੇ ਕਿੰਨੇ ਲੋਕਾਂ ਨੂੰ ਅੰਦਰਾਂ ਦੇ ਵਿੱਚ ਕਰਿਆ। ਹੁਣ ਜਦੋਂ ਨਸ਼ੇ ਦੀ ਗੱਲ ਆਪਾਂ ਕਰਦੇ ਹੈਗੇ ਨਾ, ਨਸ਼ਾ ਦੋ ਤਰ੍ਹਾਂ ਦਾ ਹੈਗਾ, ਇੱਕ ਟ੍ਰੈਡੀਸ਼ਨਲ ਨਸ਼ਾ, ਇੱਕ ਜਿਹੜਾ ਹੈਗਾ ਨਾਰਕੋਟਿਕ ਨਸ਼ਾ ਹੈਗਾ। ਔਰ ਜਿੱਥੇ ਤੱਕ ਨਾਰਕੋਟਿਕ ਨਸ਼ੇ ਦੀ ਗੱਲ ਹੈ, ਉਹਦੇ 'ਚ ਵੀ ਦੋ ਗੱਲਾਂ ਹੈਗੀਆਂ, ਇੱਕ ਲੋਕ ਵੇਚਣ ਵਾਲੇ ਹੈਗੇ, ਇੱਕ ਲੋਕ ਕੰਜ਼ਿਊਮ ਕਰਨ ਵਾਲੇ ਹੈਗੇ। ਹੁਣ ਜੇ ਤਾਂ ਅਸੀਂ ਵੇਚਣ ਵਾਲਿਆਂ ਦੀ ਗੱਲ ਕਰੀਏ ਤਾਂ ਉਹਦੇ ਲਈ ਸਰਕਾਰ, ਪੁਲਿਸ ਜਾਂ ਸੈਂਟਰ ਦੀ ਸਰਕਾਰ ਤਿੰਨੇ ਜ਼ਿੰਮੇਵਾਰ ਹੈਗੇ ਆ, ਕਿਉਂਕਿ ਅੱਜ ਤੱਕ ਤੁਸੀਂ ਬਹੁਤ ਡਿਬੇਟਾਂ ਕਰੀਆਂ ਹੋਣਗੀਆਂ, ਤੁਸੀਂ ਕਦੇ ਇਹ ਨਹੀਂ ਦੱਸਿਆ ਕਿ ਇਸ ਨਸ਼ੇ ਦੀ ਮਾਂ ਕੌਣ ਹੈ, ਇਹ ਆ ਕਿੱਥੋਂ ਤੋਂ ਰਿਹਾ ਹੈ। ਜੇ ਜਦੋਂ ਦੇਖਦੇ ਹੈਗੇ ਆ ਇਹ ਜੀ ਸਰਹੱਦ ਪਾਰ ਤੋਂ ਆ ਰਿਹਾ, ਇਹ ਜੀ ਅਫਗਾਨਿਸਤਾਨ ਤੋਂ ਆ ਰਿਹਾ ਹੈਗਾ, ਔਰ ਤੁਸੀਂ 50-50 ਕਿਲੋਮੀਟਰ ਦੇ ਵਿੱਚ BSF ਲਾਈ ਵੀ ਨਹੀਂ। ਅਸਲ ਦੇ ਵਿੱਚ ਇਹ ਇੱਕ ਸੈਕਿੰਡ ਧਾਰਨੀ ਸਾਹਿਬ, ਅਸਲ ਦੇ ਵਿੱਚ ਤੇ ਪੰਜਾਬ, ਇਹ ਤੇ ਹਰ ਕੋਈ ਜਾਣਦਾ ਵੀ ਪੰਜਾਬ ਇੱਕ ਟ੍ਰਾਂਜ਼ਿਟ ਰੂਟ ਸੀ, ਇਹ ਸਰਹੱਦ ਪਾਰੋਂ ਆਉਂਦਾ ਸੀ, ਟ੍ਰਾਂਜ਼ਿਟ ਰੂਟ ਸੀ, ਔਰ ਟ੍ਰਾਂਜ਼ਿਟ ਰੂਟ ਦੇ ਚੱਲਦੇ ਹੌਲੀ ਹੌਲੀ ਉਹ ਸਟੇਟ 'ਚ ਹੀ ਖਪਤ ਹੋਣ ਲੱਗ ਪਿਆ, ਸਟੇਟ ਦੇ ਵਿੱਚ ਹੀ ਲੈਣ ਲੱਗ ਪਿਆ। ਔਰ ਜਿਹੜੇ ਤੁਸੀਂ ਵੇਚਣ ਵਾਲਿਆਂ ਦੀ ਗੱਲ ਕਰਦੇ ਹੋ, ਜਿਹੜੇ ਬਹੁਤ ਸਾਰੇ ਕਿੰਨੀਆਂ ਉਦਾਹਰਨਾਂ ਨੇ ਕਿ ਜਿਹੜੇ ਕੰਜ਼ਿਊਮ ਕਰਦੇ ਆ, ਜਦੋਂ ਉਹਨਾਂ ਕੋਲੇ ਪੈਸੇ ਮੁੱਕ ਜਾਂਦੇ ਆ, ਜਦੋਂ ਉਹ ਅਫੋਰਡ ਨਹੀਂ ਕਰ ਪਾਉਂਦੇ, ਫਿਰ ਉਹੀ ਵੇਚਣਾ ਵੀ ਸ਼ੁਰੂ ਕਰ ਦਿੰਦੇ ਆ ਛੋਟੇ ਲੈਵਲ ਤੇ। ਨਹੀਂ, ਮੈਂ ਤੁਹਾਨੂੰ ਇਹਦਾ ਉਹੀ ਦੱਸਦਾ ਜੀ, ਜਵਾਬ ਦਿੰਦਾ ਕਿ ਉਹ ਜਿਹੜੇ ਹੈਗੇ ਆ ਬਹੁਤ ਛੋਟੇ, ਜਿਹੜੇ ਉਹ ਹੈਗੇ ਆ, ਜਿਹੜੇ ਵਪਾਰੀ ਆ, ਜਿਨ੍ਹਾਂ ਦੇ ਛੋਟੇ ਕੰਮ ਹੈਗੇ ਆ, ਪਰ ਜਦੋਂ ਵੱਡੇ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਮਿਲ ਜਾਂਦੇ ਹੈਗੇ ਆ, ਸਵਾਲ ਤਾਂ ਇਹ ਹੈਗਾ ਕਿ ਇਹਦੀ ਚੇਨ ਨੂੰ ਤੋੜੂ ਕੌਣ? ਜਾਂ ਸੈਂਟਰ ਦੀ ਸਰਕਾਰ ਤੋੜੂਗੀ ਜਾਂ ਪੰਜਾਬ ਦੀ ਸਰਕਾਰ ਤੋੜੂਗੀ। ਪੰਜਾਬ ਦੀ ਸਰਕਾਰ ਤਾਂ ਜਦੋਂ ਪਿੰਡਾਂ ਦੇ ਵਿੱਚ ਆ ਜਾਊਗਾ ਨਸ਼ਾ, ਫੇਰ ਤੋੜੂਗੀ ਨਾ। ਹੁਣ ਮੈਨੂੰ ਜਦੋਂ ਸਰਕਾਰ ਪੰਜਾਬ ਦੀ ਆਪਾਂ ਗੱਲ ਕਰੀਏ ਨਾ, ਆਪਾਂ ਨੂੰ ਇਹ ਕੁਐਸਚਨ ਦੇਖਣਾ ਪਏਗਾ ਕਿ ਕੁਝ ਦਿਨ ਪਹਿਲਾਂ ਜਦੋਂ ਆਪਣਾ IG ਹੈੱਡਕੁਆਟਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਪੰਜਾਬ ਦੇ ਵਿੱਚ 2022 ਦੇ ਵਿੱਚ 2021 ਨਾਲੋਂ ਘੱਟ FIR ਦਰਜ ਹੋਈਆਂ। ਮੈਂ ਦੇਖੋ ਵਿਜੇ ਜੀ, ਮੈਂ ਚੈਲੰਜ ਕਰਕੇ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ, ਨਿਊਜ਼ 18 ਇੰਡੀਆ ਦਾ ਵਰਲਡ ਲੈਵਲ ਤੇ ਸਭ ਤੋਂ ਵੱਡਾ ਚੈਨਲ ਹੈਗਾ। ਮੈਂ ਚੈਲੰਜ ਕਰਕੇ ਕਹਿ ਰਿਹਾ ਹੈਗਾ, ਤੁਸੀਂ ਸਵੇਰੇ ਕੈਮਰਾ ਲੈ ਕੇ ਆ ਜਾਓ, ਕੱਲੇ SSP ਆਫਿਸ ਦੇ ਵਿੱਚ ਜਿਹੜੀਆਂ ਕੰਪਲੇਂਟਾਂ ਪਈਆਂ ਉਹਨਾਂ ਨੂੰ ਚੱਕ ਕੇ ਦੇਖੋ ਕਿ ਉਹ ਕਿੰਨੇ ਮਹੀਨੇ ਦੀਆਂ ਪੁਰਾਣੀਆਂ ਹੈਗੀਆਂ, ਉਹਨਾਂ ਤੇ ਧੂਲ ਜੰਮੀ ਪਈ ਹੈ। ਚਲੋ ਠੀਕ ਹੈ, FIR ਦਰਜੇ ਨਹੀਂ, ਜੇ FIR ਦਰਜੇ ਨਹੀਂ ਕਰਨੀਆਂ ਤਾਂ ਕ੍ਰਾਈਮ ਰਿਪੋਰਟ ਤਾਂ ਬਣਨੀ ਉਹ ਕੋਈ ਨਹੀਂ ਹੈਗੀ। ਸੋ ਇਹ ਨਾ ਬੜਾ ਵੱਡਾ ਪ੍ਰੋਸਪੈਕਟ। ਚਲੋ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ, ਮੈਂ ਸੋਈ ਸਾਹਿਬ ਬੈਠੇ, ਠੀਕ ਹੈ ਕਾਫੀ, ਆਪਾਂ ਜ਼ਿਆਦਾ ਲੰਬਾ ਨਾ ਜਾਈਏ, ਬਹੁਤ ਆਪਣੇ ਕੋਲ ਟਾਈਮ ਹੈਗਾ, ਮੈਂ ਦੁਬਾਰਾ ਆ ਜਾਊਂਗਾ। ਸੋਈ ਸਾਹਿਬ ਬੈਠੇ ਨੇ, ਸੋਈ ਸਾਹਿਬ ਤੁਸੀਂ ਕਿਸ ਲਿਹਾਜ਼ ਨਾਲ ਦੇਖਦੇ ਹੋ ਰੋਜ਼ਾਨਾ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਕਿ ਰੋਜ਼ਾਨਾ ਸਰਹੱਦ ਪਾਰੋਂ ਆਉਂਦੀ ਹੈ, ਜਿਹੜੇ ਡਰੋਨ ਆਉਂਦੇ ਆ, ਡਰੋਨ ਜਦੋਂ ਵੀ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਉਹ ਕਿਸੇ ਵੀ ਡਰੋਨ ਨੂੰ ਸਿੱਟਦੀਆਂ ਨੇ, ਉਸ ਤੇ ਫਾਇਰ ਕਰਦੀਆਂ ਨੇ, ਤਾਂ ਸ਼ਾਇਦ ਹੀ ਕੋਈ ਡਰੋਨ ਐਸਾ ਹੋਵੇ ਜਿਹਦੇ ਨਾਲ ਡਰੱਗਸ ਬੰਨੀ ਹੋਈ ਨਾ ਮਿਲੇ। ਪਰ ਮੇਰਾ ਸਵਾਲ ਇਹ ਹੈ ਕਿ ਐਕਸ਼ਨ ਚਾਹੇ BSF ਕਰਦੀ ਹੈ, BSF ਨਾਲ ਮਿਲ ਕੇ ਪੰਜਾਬ ਪੁਲਿਸ ਕਰਦੀ ਹੈ, ਇਹ ਤੇ ਮੰਨਦੇ ਹੋ ਜਾਂ ਆਪਾਂ ਨੂੰ ਮੰਨਣਾ ਚਾਹੀਦਾ ਕਿ ਐਕਸ਼ਨ ਜਿੰਨਾ ਨਜ਼ਰ ਆਊਗਾ, ਜਿੰਨਾ ਸਖਤ ਹੋਊਗਾ, ਉਸ ਨਾਲ ਕੁਝ ਤੇ ਫਰਕ ਪੈਂਦਾ ਹੀ ਹੈ, ਜੜੋਂ ਖਤਮ ਕਰਨ ਤੇ ਬੇਸ਼ੱਕ ਦੀ ਸਮਾਂ ਲੱਗ ਜੇ। ਜੀ ਸਾਡੇ 15 ਸਾਲ ਤੋਂ ਲੈ ਕੇ ਤੇ 39 ਸਾਲ ਤੱਕ ਦੀ ਤਕਰੀਬਨ 35% ਪਾਪੂਲੇਸ਼ਨ ਜਿਹੜੀ ਹੈ, ਜਿਹੜੇ ਯੰਗਸਟਰਸ ਨੇ ਉਹ ਦੀ ਗ੍ਰਿਪ ਦੇ ਵਿੱਚ ਨੇ। ਮੈਂ ਨਹੀਂ ਕਹਿ ਰਿਹਾ, PGI ਦੀ ਇੱਕ ਰਿਪੋਰਟ ਕਹਿ ਰਹੀ ਹੈ। ਤੇ ਜਿਹੜੇ ਪੰਜਾਬ 'ਚ ਨਸ਼ੇ ਦਾ ਜਿਹੜਾ ਕਾਰੋਬਾਰ ਹੈ, ਦਿਸ ਇਜ਼ ਇਨ ਐਕਸੈਸ ਆਫ 10,000 ਕਰੋੜ। ਤੇ ਇਹਦੇ ਵਿੱਚ ਜੇ ਤੁਸੀਂ ਆਪਾਂ ਸੋਚੀਏ ਕਿ ਕੋਈ ਸਮਾਲ ਫਿਸ਼ਿਸ ਨੇ ਤੇ ਕੋਈ ਸਮਾਲ ਟਾਈਮ ਟ੍ਰੇਡਰਸ ਤੇ ਹੋ ਸਕਦੇ ਨੇ ਕਿ ਜਿਹੜੇ ਛੋਟੇ ਜਿੱਦਾਂ ਤੁਸੀਂ ਖੁਦ ਕਹਿ ਰਹੇ ਸੀਗੇ ਜੀ, ਉਹ ਧਾਰਨੀ ਸਾਹਿਬ ਜਿਹਨੂੰ ਨਸ਼ਾ ਨਹੀਂ ਮਿਲਦਾ, ਪੈਸੇ ਤੋਂ ਨਹੀਂ ਮਿਲਦੇ, ਉਹ ਸਨੈਚਿੰਗ ਸ਼ੁਰੂ ਕਰ ਦਿੰਦਾ, ਜਾਂ ਉਹ ਖੁਦ ਸਪਲਾਈ ਚੇਨ ਦਾ ਹਿੱਸਾ ਬਣ ਜਾਂਦਾ ਤੇ ਸਪਲਾਈ ਚੇਨ ਦਾ ਹਿੱਸਾ ਬਣ ਕੇ ਉਹ ਅੱਗੇ ਦੇਣਾ ਸ਼ੁਰੂ ਕਰ ਦਿੰਦਾ। ਤਾਂ ਮਸਲਾ ਚਲੋ ਕਿ ਧਾਰਨੀ ਸਾਹਿਬ ਵਕੀਲ ਨੇ, ਦੋ ਤਰ੍ਹਾਂ ਦੇ ਕ੍ਰਾਈਮ ਹੁੰਦੇ ਨੇ, ਇੱਕ ਹੁੰਦਾ ਹੈ ਵਿਜ਼ੀਬਲ ਕ੍ਰਾਈਮ, ਇੱਕ ਹੁੰਦਾ ਹੈ ਬਲਾਈਂਡ ਕ੍ਰਾਈਮ। ਹੁਣ ਜਿਹੜਾ ਨਸ਼ਾ ਦੀ ਸਪਲਾਈ ਚੇਨ ਹੈ, ਆ ਵਿਜ਼ੀਬਲ ਕ੍ਰਾਈਮ ਹੈ। ਅਸੀਂ ਨਹੀਂ ਕਹਿ ਸਕਦੇ ਕਿ ਆ ਸਾਨੂੰ ਪਤਾ ਨਹੀਂ ਕਿੱਥੇ ਵਿਕਿਆ। ਇੱਕ ਸਟੋਰੀ ਪਬਲਿਸ਼ ਹੋਈ ਸੀਗੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਜਗ੍ਹਾ ਮਕਬੂਲਪੁਰਾ, ਉਹਦੀਆਂ 12 ਗਲੀਆਂ ਨੇ ਤੇ ਹਰ ਗਲੀ ਦੇ ਵਿੱਚ ਨਸ਼ਾ ਵਿਕਦਾ ਵੀ ਹੈ ਤੇ ਨਸ਼ੇ ਦੀ ਕੰਜ਼ੰਪਸ਼ਨ ਵੀ ਹੁੰਦੀ ਹੈ। ਤੇ ਇੱਕ ਨਵੀਂ ਵਿਆਹੀ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਕਿ ਉਦੋਂ CP ਅਰੁਣਪਾਲ ਸਿੰਘ ਹੁਣੀ ਸੀਗੇ, ਤੁਸੀਂ ਉਹ ਵੀਡੀਓ ਵਾਇਰਲ ਤੁਸੀਂ ਆਪਣੇ ਚੈਨਲ ਤੇ ਦਿਖਾਈ ਸੀ। ਏਦਾਂ ਹੀ ਟਿਬਰੀ ਮਾਰਕੀਟ ਹੈਗੀ ਹੈ ਫਿਰੋਜ਼ਪੁਰ,
ਹੁਣ ਜੇ ਸਾਨੂੰ ਵਿਜ਼ੀਬਲ ਪਤਾ ਹੈਗਾ ਕਿ ਆ ਮਾਰਕੀਟ ਆ ਜਿਹੜੀਆਂ ਨਸ਼ੇ ਦੀਆਂ ਬਸਤੀਆਂ ਨੇ, ਤੇ ਫਿਰ ਅਸੀਂ ਉਹਦੀ ਸਪਲਾਈ ਚੇਨ ਜਾਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕਰਦੇ? ਬਰਾੜ ਸਾਹਿਬ, ਸਭ ਤੋਂ ਵੱਡਾ ਜਿਹੜਾ ਕੁਐਸਚਨ ਹੈ ਨਾ ਆ ਹੈਗਾ। ਜੇ ਅਸੀਂ ਗੱਲ ਕਰੀਏ ਨਾਰਕੋਟਿਕਸ ਕੰਟਰੋਲ ਬਿਊਰੋ ਦੀ, ਉਹਨਾਂ ਦੀ ਰਿਪੋਰਟ ਦੇ ਮੁਤਾਬਿਕ ਵੀ ਅੱਜ ਪੰਜਾਬ ਪਹਿਲੇ ਨੰਬਰ ਤੇ ਹੈ ਨਸ਼ੇ ਤੇ। ਜਿਹੜਾ ਦਰਿਆ ਜਿਹੜਾ ਵਗ ਰਿਹਾ ਹੈ ਉਹ ਸਾਡੇ ਵਗ ਰਿਹਾ, ਅਸੀਂ ਕੰਟਰੋਲ ਨਹੀਂ ਹੋਇਆ। ਤੇ ਜਿੱਦਾਂ ਹੁਣ ਕਹਿ ਰਹੇ ਸੀਗੇ ਨੀਲ ਗਰਗ ਸਾਹਿਬ ਕਿ ਜੀ ਹੁਣ ਜਿਹੜੀ ਆ ਓਵਰਡੋਜ਼ ਦੀਆਂ ਖਬਰਾਂ ਘੱਟ ਆਉਂਦੀਆਂ ਨੇ, ਮੈਨੂੰ ਦੱਸਣਾ ਚਾਹੁੰਦਾ ਕਿ ਇਸੇ ਵਰੇ ਜਦੋਂ ਦੀ ਇਹ ਸਰਕਾਰ ਆਈ ਹੈ ਤਕਰੀਬਨ 250 ਮੌਤਾਂ ਜਿਹੜੀਆਂ ਨੇ ਓਵਰਡੋਜ਼ ਨਾਲ ਹੋ ਚੁੱਕੀਆਂ। ਨੀਲ ਗਰਗ ਸਾਹਿਬ, ਵਧੀਆ ਹੁੰਦਾ ਅਸੀਂ ਆંકੜੇ ਪੇਸ਼ ਕਰਦੇ ਜੀ ਨਸ਼ਾ ਖਤਮ ਹੋ ਗਿਆ, ਨਸ਼ਾ ਖਤਮ ਨਹੀਂ ਹੋਇਆ, ਨਸ਼ਾ ਉਸ ਤੋਂ ਵੀ ਵੱਧ ਗਿਆ ਜਦੋਂ ਤੁਸੀਂ ਸਰਕਾਰ ਜਿਹੜੀ ਹੈ ਟੇਕ ਓਵਰ ਕੀਤੀ ਸੀਗੀ। ਬਟ ਜਿਹੜੀ ਤੁਸੀਂ ਐਫਰਟ ਕਰ ਰਹੇ ਹੋ, ਐਵਰੀਬੋਡੀ ਸ਼ੁੱਡ ਲਾਡ ਦੈਟ ਐਫਰਟ ਕਿ ਤੁਸੀਂ ਪੰਜਾਬ ਪੁਲਿਸ ਜਿਹੜੀ ਹੈ ਜੇ ਘਰ ਘਰ ਜਾ ਕੇ ਸਰਚ ਕਰ ਰਹੀ ਹੈ। ਵਿਜੇ ਜੀ, ਸਭ ਤੋਂ ਜ਼ਰੂਰੀ ਹੈ ਕਿ ਇਹਨਾਂ ਨੇ ਮੈਪਿੰਗ ਕੀਤੀ, ਇਹਨਾਂ ਨੇ ਕ੍ਰਿਮੀਨਲਸ ਦੀ ਮੈਪਿੰਗ ਕੀਤੀ, ਇਹਨਾਂ ਨੇ ਆਹ ਮੈਪਿੰਗ ਕੀਤੀ ਕਿ ਕਿਹੜੇ ਕਿਹੜੇ ਬੰਦੇ ਨਸ਼ਾ ਕਰਦੇ ਨੇ। ਕਿ ਐਡਾ ਡਿਫਿਕਲਟ ਕੰਮ ਹੈਗਾ ਕਿ ਜਿਹੜੀ ਪੁਲਿਸਿੰਗ ਹੈ ਉਹ ਐਡੀ ਲਾਚਾਰ ਹੋ ਗਈ ਹੈ ਕਿ ਸਾਨੂੰ 1.25 ਲੱਖ ਦੇ ਆਸ-ਪਾਸ ਪੁਲਿਸ ਫੋਰਸ ਹੈ, ਐਡੀ ਲਾਚਾਰ ਹੋ ਗਈ ਹੈ ਕਿ ਨਾ ਤੇ ਅਸੀਂ ਕ੍ਰਿਮੀਨਲ ਨੂੰ ਮੈਪਿੰਗ ਕਰ ਸਕੇ ਹਾਂ ਤੇ ਨਾ ਅਸੀਂ ਜਿਹੜੇ ਉਹਦੇ ਬੰਦੇ ਨਸ਼ਾ ਕਰਦੇ ਉਹਨਾਂ ਨੂੰ ਮੈਪਿੰਗ ਕਰ ਸਕੇ ਹਾਂ। ਜੇ ਰੀਹੈਬਿਲਿਟੇਸ਼ਨ ਸੈਂਟਰ ਜਿਹੜਾ ਬੰਦਾ ਆਂਦਾ ਹੈ, ਸਾਨੂੰ ਨਹੀਂ ਲੱਗਦਾ ਕਿ ਉਹਦੇ ਕੋਲੋਂ ਪੁੱਛਗਿੱਛ ਕਰਕੇ ਤੇ ਸਾਨੂੰ ਉਹਦੀ ਸਪਲਾਈ ਚੇਨ ਤੋੜਨੀ ਚਾਹੀਦੀ ਹੈ। ਠੀਕ ਹੈ, ਠੀਕ ਹੈ। ਅਸੀਂ ਕਿਤੇ ਨਾ ਕਿਤੇ ਪੋਲੀਟੀਕਲ ਵਿਲ ਜਿਹੜੀ ਹੈ ਨਾ ਬਰਾੜ ਸਾਹਿਬ, ਉਹ ਲੈਕਿੰਗ ਲੱਗ ਰਹੀ ਹੈ ਨਸ਼ਿਆਂ ਦਾ ਲੱਗ ਤੋੜਨ ਵਾਸਤੇ, ਕਿਉਂਕਿ ਆ ਇੱਕ ਕਾਰੋਬਾਰ ਹੈ। ਮੈਂ ਸਮਝ ਗਿਆ। ਸੁਖਦੇਵ ਜੀ ਬੈਠੇ ਨੇ, ਮੈਂ ਆ ਗਿਆ। ਸੁਖਦੇਵ ਜੀ ਬੈਠੇ ਨੇ। ਸੁਖਦੇਵ ਜੀ, ਮੇਰਾ ਸਵਾਲ ਤੁਹਾਡੇ ਤੋਂ ਵੀ ਹੈ। ਠੀਕ ਹੈ, ਇੱਕ ਮਿੰਟ ਸੋਈ ਸਾਹਿਬ। ਸੁਖਦੇਵ ਜੀ, ਮੇਰਾ ਸਵਾਲ ਤੁਹਾਡੇ ਤੋਂ ਵੀ ਇਹੀ ਹੈ, ਕਿਉਂਕਿ ਜਿਸ ਵੇਲੇ ਕਾਂਗਰਸ ਸਰਕਾਰ 2017 ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਦਾ ਸਭ ਤੋਂ ਵੱਡਾ ਹੀ ਜਿਹੜਾ ਲੋਕਾਂ ਦੇ ਨਾਲ ਪ੍ਰੋਮਿਸ ਸੀ ਜਾਂ ਉਸ ਵੇਲੇ ਚੋਣਾਂ 'ਚ ਉਤਰਨ ਦਾ ਏਜੰਡਾ ਸਭ ਤੋਂ ਵੱਡਾ ਇਹ ਸੀ ਕਿ ਅਸੀਂ 1 ਮਹੀਨੇ 'ਚ ਨਸ਼ਾ ਖਤਮ ਕਰ ਦਿਆਂਗੇ, ਸਪਲਾਈ ਚੇਨ ਤੋੜ ਦਿਆਂਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਸਾਰੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਔਰ ਵਿਦਨ ਪਾਰਟੀ ਇਹ ਸਵਾਲ ਉੱਠਦੇ ਰਹੇ ਔਰ ਅਖੀਰ ਤੇ ਜਾ ਕੇ ਜਦੋਂ ਨੇੜੇ ਆ ਕੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਤੱਕ ਚਲੀ ਗਈ ਕਿ ਇਹਨਾਂ ਨੇ ਕੁਝ ਕੀਤਾ ਨਹੀਂ। ਸੋ ਮੁੱਦਾ ਉੱਥੇ ਦੀ ਉੱਥੇ ਖੜਾ ਹੈ। ਗੱਲ ਇਹ ਹੈ ਵੀ ਜੇ ਪੁਲਿਸ ਪ੍ਰਸ਼ਾਸਨ ਐਕਸ਼ਨ ਕਰਦਾ ਹੈ, ਜੇ ਪੁਲਿਸ ਪ੍ਰਸ਼ਾਸਨ ਦਾ ਡਰ ਲੋਕਾਂ ਦੇ ਵਿੱਚ ਹੈ ਤਾਂ ਹੀ ਇਸ ਨੂੰ ਕਿਸੇ ਤਰੀਕੇ ਨਾਲ ਘੱਟ ਕੀਤਾ ਜਾ ਸਕੇਗਾ, ਕਿਉਂਕਿ ਜੇ ਕੋਈ ਬਾਹਰ ਨਹੀਂ ਨਿਕਲੂਗਾ, ਕੋਈ ਐਕਸ਼ਨ ਨਹੀਂ ਕਰੂਗਾ, ਸਵਾਲ ਤੇ ਫਿਰ ਵੀ ਉੱਠਣਗੇ। ਦੇਖੋ ਬਰਾੜ ਸਾਹਿਬ, ਗੱਲ ਇਹ ਹੈ ਐਕਸ਼ਨ ਹੋਣਾ ਚਾਹੀਦਾ। ਐਕਸ਼ਨ ਨੂੰ ਕੌਣ ਮਾੜਾ ਕਹਿੰਦਾ ਹੈ, ਪਰ ਜੇ ਐਕਸ਼ਨ ਅਸੀਂ ਫੋਟੋ ਆਪਸ ਵਾਸਤੇ ਕਰਨਾ ਹੋਵੇ, ਮੇਰੇ ਖਿਆਲ ਦੇ ਵਿੱਚ ਉਸ ਐਕਸ਼ਨ ਦੀ ਕੋਈ ਡਰ ਨਹੀਂ ਆਪਾਂ ਪੈਦਾ ਕਰ ਸਕਦੇ ਲੋਕਾਂ ਦੇ ਵਿੱਚ। ਅੱਜ ਤੋਂ 4 ਮਹੀਨੇ ਪਹਿਲਾਂ ਵੀ ਸਾਡੇ ਡੀਜੀਪੀ ਸਾਹਿਬ ਖੁਦ ਉਤਰਦੇ ਰਹੇ ਨਸ਼ਿਆਂ ਦੇ ਖਿਲਾਫ, ਔਰ ਉਹ ਵੱਡੇ ਅਫਸਰਾਂ ਨੂੰ ਲੈ ਕੇ ਏਡੀਜੀਪੀ ਰੈਂਕ ਦੇ, ਡੀਆਈਜੀ ਰੈਂਕ ਦੇ ਬੰਦਿਆਂ ਦੀਆਂ ਡਿਊਟੀਆਂ ਲਾ ਕੇ ਵੀ ਜਾਓ ਸ਼ਹਿਰਾਂ ਦੇ ਵਿੱਚ ਆਪਾਂ ਉਹ ਕਰੀਏ। ਉਹ ਉਸ ਤੋਂ ਬਾਅਦ 4 ਮਹੀਨੇ ਚੁੱਪ ਰਹਿੰਦੇ ਆ। ਹਾਂ, ਹੁਣ ਗਵਰਨਰ ਸਾਹਿਬ ਬਾਰਡਰ ਏਰੀਆ 'ਚ ਜਾਂਦੇ ਨੇ, ਉਹ ਜਾ ਕੇ ਕ੍ਰਿਟੀਸਾਈਜ਼ ਕਰਦੇ ਨੇ ਵੀ ਨਸ਼ੇ ਦੇ ਮਾਮਲੇ ਦੇ ਵਿੱਚ ਵੀ ਸਕੂਲਾਂ 'ਚ ਵਿਕ ਰਿਹਾ ਹੈ, ਕਲਾਸਾਂ 'ਚ ਵਿਕ ਰਿਹਾ ਹੈ, ਹਰ ਜਗ੍ਹਾ ਤੇ ਵਿਕ ਰਿਹਾ ਹੈ। ਜਦੋਂ ਗਵਰਨਰ ਸਾਹਿਬ ਇਹ ਗੱਲ ਕਰਦੇ ਨੇ ਤਾਂ ਸੀਐਮ ਸਾਹਿਬ ਫੇਰ ਉੱਠ ਕੇ ਇੱਕ ਮੀਟਿੰਗ ਕਰਕੇ ਉਸ ਤਰੀਕੇ ਦਾ ਫੇਰ ਇੱਕ ਅਸੀਂ ਐਕਸ਼ਨ ਸ਼ੁਰੂ ਕਰ ਦਿੰਦੇ ਆ। ਗਰਗ ਸਾਹਿਬ ਦੇਖੋ ਗੱਲਾਂ ਕਰ ਰਹੇ ਸੀ, ਸਾਰੀਆਂ ਗੱਲਾਂ ਉਹ ਕਰ ਰਹੇ ਸੀ ਜਿਨ੍ਹਾਂ ਨੂੰ ਉਹ ਕ੍ਰਿਟੀਸਾਈਜ਼ ਕਰਦੇ ਰਹੇ ਨੇ। ਉਹ ਕਹਿੰਦੇ ਜੀ ਅਸੀਂ ਨਵਾਂ ਕੰਮ ਕਰਤਾ ਵੀ ਪ੍ਰਾਪਰਟੀਆਂ ਜ਼ਬਤ ਹੋਣਗੀਆਂ। ਉਹ ਇਹਨਾਂ ਨੂੰ ਇਹ ਨਹੀਂ ਸ਼ਾਇਦ ਪਤਾ, ਉਹ ਤਾਂ ਪਿਛਲੇ 5 ਸਾਲ 'ਚ ਵੀ 275 ਕਰੋੜ ਦੀ ਪ੍ਰਾਪਰਟੀ ਅਟੈਚ ਹੋਈ ਹੈ ਨਸ਼ਾ ਤਸਕਰਾਂ ਦੀ, ਜਿਹੜੀ ਕਿ ਇਹਨਾਂ ਦੇ ਰਿਕਾਰਡ 'ਚ ਹੈ, ਜਿਹੜਾ ਕਿ ਸਰਕਾਰੀ ਰਿਕਾਰਡ ਇਹਨਾਂ ਕੋਲ ਹੈ। 50,000 ਪਰਚੇ ਪਹਿਲਾਂ ਵੀ ਹੋਏ ਨੇ ਜਿਹੜੇ ਨਸ਼ਾ ਤਸਕਰੀ ਦੇ, 74% ਕਨਵਿਕਸ਼ਨ ਰੇਟ ਵੀ ਰਿਹਾ ਉਹਨਾਂ ਦਾ। ਪਰ ਜਿਹੜੀ ਗੱਲ ਨਸ਼ੇ ਦੀ ਹੈ ਉਹ ਕਹਿੰਦੇ ਜੀ ਅੱਜ ਨਹੀਂ ਹੁੰਦਾ। ਅਸੀਂ ਅੱਜ ਤੋਂ 4 ਦਿਨ ਪਹਿਲਾਂ ਇੱਕ ਅਖਬਾਰ 'ਚ ਖਬਰ ਪੜ੍ਹਦੇ ਆ, ਇੱਕ 15 ਸਾਲ ਦਾ ਬੱਚਾ ਨਸ਼ਾ ਦੀ ਓਵਰਡੋਜ਼ ਨਾਲ ਮਰ ਗਿਆ। ਇਹ ਕਹਿੰਦੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਘਟ ਗਈਆਂ। ਦੇਖੋ ਗੱਲ ਅਸੀਂ ਫੋਟੋ ਆਪਸ ਵਾਸਤੇ ਜਾਂ ਇੱਥੇ ਲੋਕਾਂ ਨੂੰ ਇੱਕ ਨੈਰੇਟਿਵ ਬਣਾਉਣ ਵਾਸਤੇ ਵੀ ਅਸੀਂ ਬਹੁਤ ਕਰਤਾ, ਉਹਦੇ ਨਾਲ ਕੰਮ ਚੱਲਣਾ ਨਹੀਂ। ਨਸ਼ੇ ਦੀ ਗੱਲ ਜਿਹੜੀ ਬਿਲਕੁਲ ਮੈਂ ਤੁਹਾਡੀ ਗੱਲ ਕਰਦਾ। ਕੈਪਟਨ ਸਾਹਿਬ ਨੇ ਕਿਹਾ ਮੈਂ 4 ਹਫ਼ਤਿਆਂ 'ਚ ਕੀ ਕਰੂੰਗਾ, ਉਹਨਾਂ ਨੂੰ ਵੀ ਕ੍ਰਿਟਿਸਿਜ਼ਮ ਦਾ ਚੱਲਣੀ ਵੀ ਪਈ ਤੇ ਉਹਨਾਂ ਨੂੰ ਉਹਨੂੰ ਕੁਰਸੀ ਵੀ ਗਵਾਉਣੀ ਪਈ। ਉਹਦੇ ਵਿੱਚ 2 ਸਾਲ ਸਾਡੇ ਸੌਖੇ ਵੀ ਲੰਘੇ, ਜਿਹੜਾ ਮਹਾਮਾਰੀ ਸੀ ਕੋਵਿਡ ਦੀ, ਪਰ ਨਸ਼ੇ ਦੀ ਮਹਾਮਾਰੀ ਤੋਂ ਸਾਡੀ ਬਹੁਤ ਸਾਡੀ ਬਚਤ ਰਹੀ ਉਦੋਂ। ਪਰ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਵੀ ਇਹ ਜਦੋਂ ਅਸੀਂ ਸਿਰਫ ਇਸ ਵਾਸਤੇ ਹੀ ਅਸੀਂ ਜਦੋਂ ਕਰਾਂਗੇ ਉਹ ਗੱਲ ਬਣਨੀ ਨਹੀਂ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਸੀ ਬੰਦੇ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਵੀ ਉਹ ਇੱਛਾ ਸ਼ਕਤੀ ਹੁਣ ਕਿੱਥੇ ਗਈ? ਵੀ ਉਹ ਕਹਿੰਦੇ 3 ਮਹੀਨੇ ਦਾ ਕੰਮ ਹੈ ਨਸ਼ੇ ਖਤਮ ਕਰਨੇ, ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਹੁਣ ਇੱਛਾ ਸ਼ਕਤੀ 1 ਸਾਲ ਹੋ ਗਿਆ, ਹੋਣ ਵਾਲਾ ਹੋ ਗਿਆ, ਉਹ ਕਿੱਥੇ ਹੈਗੀ? ਫਿਰ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਨਸ਼ਾ
ਇਹ ਕਿਹੜੇ ਬਾਰਡਰ ਤੋਂ ਆਉਂਦਾ, ਕਿਹੜਾ ਕਿੱਥੋਂ ਆਉਂਦਾ? ਇਹ ਤਾਂ ਮੈਨੂੰ ਪਤਾ ਫੈਕਟਰੀਆਂ ਪੰਜਾਬ 'ਚ ਨੇ, ਔਰ ਉਹ ਫੈਕਟਰੀ ਕੋਈ ਲੋਕੇਟ ਨਹੀਂ ਹੋਈ, ਉਹ ਫੈਕਟਰੀ ਕੋਈ ਫੜੀ ਨਹੀਂ। ਔਰ ਜਦੋਂ ਗਵਰਨਰ ਕ੍ਰਿਟੀਸਾਈਜ਼ ਕਰਦਾ ਉਦੋਂ ਅਸੀਂ ਸਾਰੀ ਬਲੇਮ ਸੈਂਟਰ ਗਵਰਨਮੈਂਟ ਤੇ ਸਿੱਟ ਦਿੰਦੇ ਆ। ਉਦੋਂ ਸਾਰਾ ਨੈਰੇਟਿਵ ਹੀ ਚੇਂਜ ਕਰਤਾ ਅਮਨ ਅਰੋੜਾ ਜੀ ਨੇ। ਉਹ ਕਹਿੰਦੇ ਜੀ ਜੇ ਨਸ਼ਾ ਆਉਂਦਾ ਹੈ ਤਾਂ ਬਾਹਰਲੀਆਂ ਸਟੇਟਾਂ ਤੋਂ ਆਉਂਦਾ ਹੈ, ਬਾਹਰਲੇ ਸੂਬਿਆਂ ਤੋਂ ਆਉਂਦਾ ਹੈ, ਬਾਹਰਲੇ ਦੇਸ਼ਾਂ ਤੋਂ ਆਉਂਦਾ ਹੈ, ਸਾਡੇ ਤਾਂ ਇੱਥੇ ਦਾ ਉਹ ਰੱਟਾ ਹੀ ਨਹੀਂ। ਔਰ ਜਦੋਂ ਇਹ ਆਪੋਜੀਸ਼ਨ ਸੀ ਉਦੋਂ ਇਹ ਗੱਲ ਹੋਰ ਕਿਸਮ ਦੀ ਕਰਦੇ ਸੀ, ਉਦੋਂ ਇਹ ਪੰਜਾਬ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਸੀ। ਹੁਣ ਜਦੋਂ ਆਪਦੇ ਤੋਂ ਕੰਟਰੋਲ ਨਹੀਂ ਹੋ ਰਿਹਾ, ਹੁਣ ਇਹ ਸੈਂਟਰ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਣਾ। ਆਪਾਂ ਕਿਸੇ ਨੂੰ ਦੋਸ਼ੀ ਠਹਿਰਾ ਲਈਏ, ਇਸ ਗੱਲ ਨਾਲ ਭਲਾ ਹੋਣ ਵਾਲਾ ਨਹੀਂ। ਅਸੀਂ ਕਿੰਨੀਆਂ ਫੋਟੋ ਆਪਸ ਵਾਸਤੇ ਏਦਾਂ ਦੇ ਐਕਸ਼ਨ ਕਰ ਲਈਏ, ਇਹਦੇ ਨਾਲ ਭਲਾ ਹੋਣ ਵਾਲਾ ਨਹੀਂ। ਸਾਨੂੰ ਧਰਾਤਲ ਤੇ ਜਾ ਕੇ ਕੰਮ ਕਰਨਾ ਪਊਗਾ। ਔਰ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਬਾਰਡਰ ਏਰੀਆ ਦੇ ਵਿੱਚ ਪੰਚਾਇਤਾਂ ਮਤੇ ਪਾ ਰਹੀਆਂ ਨੇ, ਪੰਚਾਇਤਾਂ ਆਪਣੇ ਜਿਹੜੇ ਹੈਗਾ ਇਹਦੇ ਖਿਲਾਫ ਖੜੀਆਂ ਹੋ ਰਹੀਆਂ ਨੇ। ਪਰ ਉਹਦਾ ਜਿਹੜਾ ਹੈਗਾ ਜਦੋਂ ਤੱਕ ਪ੍ਰਸ਼ਾਸਨ ਪੁਲਿਸ ਉਹਦੀ ਸਪੋਰਟ ਨਹੀਂ ਕਰੂਗੀ ਤਾਂ ਪੰਚਾਇਤਾਂ ਦੇ ਮਤੇ ਪਾਉਣ ਦਾ ਜਾਂ ਪੰਚਾਇਤਾਂ ਦੇ ਕੰਮ ਕਰਨ ਦਾ ਮੇਰੇ ਖਿਆਲ ਦੇ ਵਿੱਚ ਕੋਈ ਬਹੁਤਾ ਲਾਭ ਹੋਣ ਵਾਲਾ ਹੈ ਨਹੀਂ। ਇਸ ਕਰਕੇ ਬਰਾੜ ਸਾਹਿਬ, ਠੀਕ ਹੈ ਗਰਗ ਸਾਹਿਬ, ਆਮ ਆਦਮੀ ਪਾਰਟੀ ਨੂੰ ਉਹ ਗੱਲਾਂ ਯਾਦ ਕਰਨੀਆਂ ਚਾਹੀਦੀਆਂ ਜਦੋਂ ਆਪੋਜੀਸ਼ਨ ਚ ਰਹਿ ਕੇ ਕਰਦੀ ਹੈ। ਆਵਾਜ਼ ਆ ਰਹੀ ਹੈ ਜਾ ਕੇ ਇਹਨਾਂ ਗੱਲਾਂ ਦੇ ਉੱਤੇ ਕੰਟਰੋਲ ਹੋਊਗਾ, ਤਾਂ ਜਾ ਕੇ ਇਹਨਾਂ ਗੱਲਾਂ ਦੇ ਵਿੱਚ ਕੋਈ ਜਾ ਕੇ ਦੋ ਤਿੰਨ ਚੀਜ਼ਾਂ ਨੇ। ਠੀਕ ਹੈ ਨਾਮਰਾਦ ਬਿਮਾਰੀ ਤੋਂ ਸਾਡਾ ਨਿਜਾਤ ਹੋਊਗਾ। ਗਰਗ ਸਾਹਿਬ, ਦੋ ਤਿੰਨ ਚੀਜ਼ਾਂ ਨੇ। ਇੱਕ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਉਸ ਚੀਜ਼ ਨੂੰ ਪ੍ਰਚਾਰਨ ਦੀ ਜਗ੍ਹਾ ਉਸ ਚੀਜ਼ ਨੂੰ ਇੰਨੀ ਜਿਹੜਾ ਹੈ ਗੰਭੀਰਤਾ ਦੇ ਨਾਲ ਲਿਆ ਜਾਵੇ ਕਿ ਕੱਲ ਨੂੰ ਇਹ ਚੀਜ਼ਾਂ ਨਜ਼ਰ ਆਉਣ, ਗਰਾਊਂਡ ਤੇ ਰਿਐਲਿਟੀ ਨਜ਼ਰ ਆਵੇ ਵੀ ਹਾਂ ਇਹ ਇੱਥੇ ਮੁੱਕ ਗਿਆ, ਇੱਥੇ ਲੋਕ ਕਰਨੋਂ ਹਟ ਗਏ, ਇਸ ਚੀਜ਼ ਦਾ ਫਰਕ ਪੈ ਗਿਆ। ਕਿਉਂਕਿ ਕਿਤੇ ਨਾ ਕਿਤੇ ਫਿਰ ਉਹ ਚੀਜ਼ਾਂ ਜਾ ਕੇ ਨੁਕਤਾਚੀਨੀ ਦਾ ਕਾਰਨ ਬਣਨੀਆਂ। ਔਰ ਦੂਸਰੀ ਗੱਲ ਜਿਹੜੀ ਇਹਨਾਂ ਨੇ ਪੰਚਾਇਤਾਂ ਵਾਲੀ ਕੀਤੀ ਹੈ ਕਿ ਨਸ਼ਾ ਤਸਕਰ ਜਿਹੜੇ ਨੇ ਉਹ ਐਡੇ ਸਟਰੋਂਗ ਨੇ ਕਿ ਜੇ ਕੋਈ ਬੰਦਾ ਹਿਮਾਕਤ ਵੀ ਕਰਦਾ ਹੈ, ਜੇ ਕੋਈ ਵਿਸਲ ਬਲੋਅਰ ਬਣਦਾ ਹੈ ਤਾਂ ਕੱਲ ਨੂੰ ਉਹਨੂੰ ਆਪਦੀ ਜਾਨ ਦਾ ਖਤਰਾ ਹੋ ਜਾਂਦਾ ਹੈ। ਬਹੁਤ ਸਾਰੇ ਥਾਵਾਂ ਤੇ ਐਸੇ ਇਨਸੀਡੈਂਟ, ਕਿਉਂਕਿ ਲਾਅ ਐਂਡ ਆਰਡਰ ਨਾਲ ਜੁੜਿਆ ਮਸਲਾ ਹੈ, ਸੋ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹ ਪਹਿਲਾਂ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਸੁਰੱਖਿਆ ਦੀ ਭਾਵਨਾ ਵੀ ਪੁਖਤਾ ਕਰਨ ਦੀ ਲੋੜ ਹੈ ਤਾਂ ਕਿ ਉਹ ਅੱਗੇ ਆ ਕੇ ਇਹਨਾਂ ਚੀਜ਼ਾਂ ਦੇ ਖਿਲਾਫ ਖੜੇ ਹੋਣ। ਬਰਾੜ ਸਾਹਿਬ ਦੇਖੋ, ਅਸੀਂ ਸਾਡੇ ਜਿਹੜੇ ਮੇਰੇ ਵਿਰੋਧੀ ਕੋ ਪੈਨਲਿਸਟ ਹੈਗੇ ਆ, ਇਹਨਾਂ ਦੀ ਨੁਕਤਾਚੀਨੀ ਤੋਂ ਅਸੀਂ ਘਬਰਾਉਂਦੇ ਨਹੀਂ ਹੈਗੇ, ਬਲਕਿ ਇਹਨਾਂ ਦੀ ਨੁਕਤਾਚੀਨੀ ਨੂੰ ਅਸੀਂ ਪੋਜੀਟਿਵ ਵੇ ਨਾਲ ਹੀ ਲੈਂਦੇ ਆ। ਨੁਕਤਾਚੀਨੀ ਕਰਨ ਦੇ ਪਰਪਸ ਨਾਲ ਇਹ ਨੁਕਤਾਚੀਨੀ ਬਿਲਕੁਲ ਕਰ ਸਕਦੇ ਆ, ਇਹਨਾਂ ਦਾ ਹੱਕ ਹੈਗਾ। ਪਰ ਗਰਾਊਂਡ ਰਿਐਲਿਟੀ ਜੋ ਮੈਂ ਜਦੋਂ ਤੁਹਾਨੂੰ ਦੱਸ ਰਿਹਾ ਹੈਗਾ, ਜੇ ਮੈਂ ਕਹਿ ਰਿਹਾ, ਮੈਂ ਇਹ ਤਾਂ ਨਹੀਂ ਕਿਹਾ ਕਿ ਅੱਜ ਇੱਕ ਵੀ ਓਵਰਡੋਜ਼ ਨਾਲ ਮੌਤ ਨਹੀਂ ਹੁੰਦੀ। ਮੈਂ ਤੁਹਾਨੂੰ ਆਖਿਆ ਜੇਕਰ ਤੁਸੀਂ ਕੰਪੈਰੀਟਿਵ ਸਟੱਡੀ ਕਰੋਗੇ, ਗਰਾਊਂਡ ਰਿਐਲਿਟੀ ਇਹ ਹੈਗੀ ਹੈ ਅੱਜ ਨਸ਼ੇ ਸਪਲਾਈ ਦੇ ਵਿੱਚ ਵੀ ਕਮੀ ਆਈ ਹੈਗੀ ਹੈ ਔਰ ਨਸ਼ਾ ਤਸਕਰ ਵੀ ਫੜੇ ਗਏ ਨੇ, ਜਿਹਦੀ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਹਰ ਹਫ਼ਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਾ ਹੈਗਾ ਔਰ ਉਸ ਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੋਈ ਹੈ। ਉਹ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਨਸ਼ਾ ਹੈਗਾ ਜਦੋਂ ਉਹ ਡੰਕ ਮਾਰਦਾ ਉਹ ਇਹ ਨਹੀਂ ਦੇਖਦਾ ਕਿ ਸਾਹਮਣੇ ਕਾਂਗਰਸੀ ਹੈ, ਅਕਾਲੀ ਦਲ ਦਾ ਬੰਦਾ, ਬੀਜੇਪੀ ਹੈ ਜਾਂ ਆਮ ਆਦਮੀ ਪਾਰਟੀ। ਉਹ ਸਾਡੀ ਜਵਾਨੀ ਹੈਗੀ ਹੈ, ਪੰਜਾਬ ਦਾ ਹੀ ਨੌਜਵਾਨ ਹੈਗਾ ਜਿਸ ਨੂੰ ਨਸ਼ੇ ਨੇ ਜਿਹੜਾ ਹੈਗਾ ਡੰਗਿਆ ਹੈਗਾ। ਕੁਲਦੀਪ ਜੀ ਕਹਿ ਰਹੇ ਸੀ ਕਿ ਸਾਡੇ ਕੋਲੇ ਪੋਲੀਟੀਕਲ ਵਿਲ ਪਾਵਰ ਨਹੀਂ ਹੈ। ਘੱਟੋ ਘੱਟ ਸਾਡੀ ਤੁਸੀਂ ਨੀਅਤ ਅਤੇ ਨੀਤੀ ਤੇ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਜੇਕਰ ਸਾਡੇ ਕੋਲੇ ਵਿਲ ਪਾਵਰ ਨਾ ਹੁੰਦੀ ਤੇ ਅੱਜ ਜਿਸ ਤਰੀਕੇ ਨਾਲ ਉਹੀ ਪੁਲਿਸ ਹੈਗਾ, ਇਹ ਸਟੇਜਾਂ ਦੇ ਉੱਤੇ ਕਾਂਗਰਸ ਦੇ ਆਪਣੇ ਲੀਡਰ ਕਹਿੰਦੇ ਰਹੇ ਸੀ, ਇੱਕ ਜ਼ਮਾਨਾ ਸੀ ਜਦੋਂ ਰਾਜਨੀਤਿਕ ਦਾ, ਪੁਲਿਸ ਦਾ ਤੇ ਤਸਕਰਾਂ ਦਾ ਇੱਕ ਨੈਕਸਸ ਹੁੰਦਾ ਸੀ। ਇਹ ਹਰ ਇੱਕ ਨੂੰ ਪਤਾ ਸੀ। ਅੱਜ ਘੱਟੋ ਘੱਟ ਜਦੋਂ ਉਦੋਂ ਕਿਸੇ ਨਸ਼ਾ ਤਸਕਰ ਨੂੰ ਫੜ ਵੀ ਲਿਆ ਜਾਂਦਾ ਸੀ, ਉਹਨੂੰ ਥਾਣੇ ਦੇ ਵਿੱਚ ਬਾਅਦ ਚ ਲੈ ਕੇ ਜਾਂਦੇ ਸੀ, ਉਹਨੂੰ ਛੁਡਾਉਣ ਵਾਲਿਆਂ ਦਾ ਪਹਿਲਾਂ ਫੋਨ ਪਹੁੰਚ ਜਾਂਦਾ ਸੀ। ਅੱਜ ਤੁਸੀਂ ਦੱਸੋ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਪੋਲੀਟੀਕਲ ਲੀਡਰ ਦਾ, ਕਿਸੇ ਐਮਐਲਏ ਦਾ, ਕਿਸੇ ਚੇਅਰਮੈਨ ਦਾ, ਕਿਸੇ ਮੰਤਰੀ ਦਾ ਇਸ ਦੇ ਵਿੱਚ ਕਿਤੇ ਨਾ ਆਉਂਦਾ ਹੋਵੇ। ਅੱਜ ਪੁਲਿਸ ਨੂੰ ਜਿਹੜਾ ਹੈਗਾ ਬਿਲਕੁਲ ਫ੍ਰੀ ਹੈਂਡ ਦਿੱਤਾ ਗਿਆ ਹੈਗਾ। ਇਹ ਸਾਡੀ ਨੀਅਤ ਅਤੇ ਨੀਤੀ ਬਾਰੇ ਦੱਸਦਾ ਹੈਗਾ। ਔਰ ਸਾਨੂੰ ਇੱਕੇ ਵੀ ਪਤਾ ਹੈਗਾ ਕਿ ਜਿਹੜੀ ਵਰਲਡ ਵਾਈਡ ਸਟੱਡੀ ਹੋਈਆਂ ਨੇ, ਵਰਲਡ ਵਾਈਡ ਸਟੱਡੀ ਕੀ ਦੱਸਦੀ ਹੈਗੀ, ਜੇ ਨਸ਼ਿਆਂ ਦੇ ਵਿੱਚੋਂ ਅਸੀਂ ਆਪਣੀ ਜਵਾਨੀ ਨੂੰ ਕੱਢਣਾ ਹੈਗਾ, ਰੀਹੈਬਿਲਿਟੇਸ਼ਨ ਠੀਕ ਹੈ, ਮਤਲਬ ਨਸ਼ਾ ਤਸਕਰ ਫੜਨਾ, ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ, ਪਰ ਜੇਕਰ ਅਸੀਂ ਆਪਣੀ ਪੀੜ੍ਹੀ ਨੂੰ ਬਚਾਉਣਾ, ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈਗਾ, ਵਰਲਡ ਵਾਈਡ ਸਟੱਡੀ ਦੱਸਦੀ ਹੈ ਜਿਹੜਾ ਪਿੰਡ, ਜਿਹੜਾ ਸ਼ਹਿਰ, ਜਿਹੜਾ ਮੁਲਕ ਜਿਹੜਾ ਹੈਗਾ ਖੇਡਾਂ ਵੱਲ ਪ੍ਰੇਰਿਤ ਹੁੰਦਾ ਹੈਗਾ ਤਾਂ ਨੈਚੁਰਲੀ ਨਸ਼ੇ ਦੇ ਕਾਫੀ ਹੱਦ ਤੱਕ ਮਾਨਸਿਕ ਤੌਰ ਤੇ ਕਾਬੂ ਪਾਇਆ ਜਾ ਸਕਦਾ। ਔਰ ਪਿਛਲੇ ਦਿਨੀ ਜਿਸ ਤਰੀਕੇ ਨਾਲ ਖੇਡਾਂ ਮਤਲਬ ਪੰਜਾਬ ਦੀਆਂ ਕਰਾਈਆਂ ਗਈਆਂ, ਉਹ ਜਿਸ ਤਰੀਕੇ ਦਾ ਰਿਸਪੌਂਸ ਪੰਜਾਬ ਦੇ ਲੋਕਾਂ ਵੱਲੋਂ ਮਿਲਿਆ, ਉਹ ਵੀ ਇੱਕ ਜਿਹੜਾ ਹੈਗਾ ਇੱਕ ਆਸ਼ਾ ਦੀ ਕਿਰਨ ਦਿਖਾਈ ਦਿੰਦੀ ਹੈ। ਦੂਸਰੀ ਗੱਲ, ਜਿਹੜੇ ਨਸ਼ੇ ਦੇ ਆਦੀ ਨੇ, ਜਦੋਂ ਤੁਸੀਂ ਦੇਖੋਗੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਬੇਰੁਜ਼ਗਾਰੀ ਦੀ ਵਜ੍ਹਾ ਦੇ ਨਾਲ ਨਸ਼ੇ ਦੀ ਦਲਦਲ ਦੇ ਵਿੱਚ ਫਸੇ।
ਤੁਸੀਂ ਦੇਖੋ 8-9 ਮਹੀਨਿਆਂ ਦੇ ਵਿੱਚ 26,074 ਨੌਜਵਾਨਾਂ ਨੂੰ ਜਿਹੜੇ ਹੈਗੇ ਆ ਰੁਜ਼ਗਾਰ ਪੱਤਰ ਤੇ ਨਿਯੁਕਤੀ ਪੱਤਰ ਦਿੱਤੇ ਗਏ। ਲਗਾਤਾਰ ਮਾਨ ਸਾਹਿਬ ਜਿਹੜੇ ਹੈਗੇ ਹੁਣ ਤੁਹਾਨੂੰ ਯਾਦ ਹੈਗਾ ਕਿ ਇਸੇ ਮਹੀਨੇ ਦੇ ਵਿੱਚ ਇਨਵੈਸਟ ਪੰਜਾਬ ਹੋਣ ਜਾ ਰਿਹਾ। ਲਗਾਤਾਰ ਅਸੀਂ ਬਾਹਰੋਂ ਇੰਡਸਟਰੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਇੱਥੇ ਇੰਡਸਟਰੀ ਐਸਟੈਬਲਿਸ਼ ਹੋਵੇ ਔਰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਸੋ ਮੇਰੇ ਕਹਿਣ ਦਾ ਮਤਲਬ ਹੈ ਜਿੱਥੇ ਅਸੀਂ ਸਪਲਾਈ ਚੇਨ ਰੋਕ ਰਹੇ ਆ, ਜਿੱਥੇ ਅਸੀਂ ਰੀਹੈਬਿਲਿਟੇਸ਼ਨ ਕਰ ਰਹੇ ਆ, ਉੱਥੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਹੈ ਜਾਂ ਅੱਜ ਦਾ ਜਿਹੜਾ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਨਸ਼ਿਆਂ ਤੋਂ ਕਿਵੇਂ ਰੋਕਣਾ ਹੈ ਉਹਦਾ ਪ੍ਰਬੰਧ ਵੀ ਜਿਹੜੇ ਆ ਅਸੀਂ ਕਰ ਰਹੇ ਆ। ਫਿਰ ਵੀ ਸਾਡੇ ਵਿਰੋਧੀਆਂ ਨੇ ਸਾਡੀ ਨੁਕਤਾਚੀਨੀ ਕਰਨੀ ਹੈ, ਮੋਸਟ ਵੈਲਕਮ ਹੈ। ਮੈਂ ਧਾਰਨੀ ਸਾਹਿਬ ਤੁਹਾਡੇ ਤੋਂ ਮੇਰਾ ਇਹ ਸਵਾਲ ਹੈ, ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ, ਤੁਸੀਂ ਆਪਦੀ ਗੱਲ ਕਹਿ ਸਕਦੇ ਹੋ। ਮੇਰਾ ਸਵਾਲ ਨਾਲ ਇਹ ਜੁੜਿਆ ਹੋਇਆ ਹੈ ਕਿ ਅਸਲ ਦੇ ਵਿੱਚ ਜੇ ਆਪਾਂ ਡਿਬੇਟ ਕਰਦੇ ਹਾਂ ਜਾਂ ਆਪਾਂ ਬੈਠੇ ਆ ਸਾਰੀ ਪਾਰਟੀਆਂ ਦੇ, ਬੀਇੰਗ ਏ ਜਰਨਲਿਸਟ ਮੈਂ ਆਪਣੀ ਗੱਲ ਕਰ ਰਿਹਾ, ਬੀਇੰਗ ਏ ਪੋਲੀਟੀਕਲ ਲੀਡਰਸ ਤੁਸੀਂ ਆਪਣੀ ਗੱਲ ਕਰ ਰਹੇ ਹੋ, ਫੋਕਸ ਤੇ ਸਾਰਿਆਂ ਦਾ ਇੱਕੋ ਹੀ ਹੈ ਕਿ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਹੋਵੇ। ਧਾਰਨੀ ਸਾਹਿਬ ਤੁਹਾਡੇ ਤੋਂ ਮੇਰਾ ਸਵਾਲ ਇਹ ਹੈ ਵੀ ਜਦੋਂ ਅਕਾਲੀ ਦਲ ਦੇ ਵੇਲੇ ਜਦੋਂ ਸਟੱਡੀਜ਼ ਦਾ ਜ਼ਿਕਰ ਹੋਇਆ, ਜਿਹੜੀਆਂ ਸਟੱਡੀ ਤੇ ਬਹੁਤ ਕੁਝ ਕਹਿੰਦੀਆਂ ਨੇ, ਮੈਂ ਉਸ 'ਚ ਜਾਣਾ ਨਹੀਂ ਚਾਹੁੰਦਾ, ਜੇ ਇੱਕ ਚੀਜ਼ 'ਚ ਚਲਾ ਗਿਆ ਤੇ ਉਹ ਸਟੱਡੀ ਦਾ ਵੀ ਸਾਰਾ ਚਿੱਠਾ ਖੁੱਲ ਜਾਣਾ ਹੈ ਕਿ ਕੀ ਕੁਝ ਉੱਥੇ ਲਿਖਿਆ ਜਾਂਦਾ ਤੇ ਕਿਵੇਂ ਬਾਅਦ ਦੇ ਵਿੱਚ ਉਸ ਨੂੰ ਪ੍ਰੈਜ਼ੈਂਟ ਕਰ ਦਿੱਤਾ ਜਾਂਦਾ ਹੈ, ਉਸ ਦੀ ਇੱਕ ਵੱਖਰੀ ਤਸਵੀਰ ਪੇਸ਼ ਕਰਕੇ। ਔਰ ਅਕਾਲੀ ਦਲ ਦਾ ਸਭ ਤੋਂ ਵੱਡਾ ਰੰਜ ਹੀ ਰਿਹਾ ਉਸ ਵੇਲੇ ਜਿੰਨਾ ਚਿਰ ਸਰਕਾਰ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕੀਤਾ। ਦੂਜੀਆਂ ਪਾਰਟੀਆਂ ਨੇ ਨਸ਼ੇ ਦੇ ਨਾਂ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ, ਫਿਗਰਾਂ ਨੂੰ ਲੈ ਕੇ ਗੁੰਮਰਾਹ ਕੀਤਾ ਔਰ ਪੰਜਾਬ ਨੂੰ ਬਦਨਾਮ ਕੀਤਾ। ਚਲੋ ਇੱਕ ਮੌਕੇ ਤੇ ਆਪਾਂ ਮੰਨ ਲੈਂਦੇ ਆ ਵੀ ਜੇ ਪੋਲਿਟਿਕਸ ਹੋਈ ਜਾਂ ਕਿਸੇ ਨੇ ਵੀ ਕੀਤੀ ਜਾਂ ਅੱਜ ਵੀ, ਕੀ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਤੁਸੀਂ ਨਹੀਂ ਸਮਝਦੇ ਵੀ ਫੁੱਲ ਸਟਾਪ ਲਾਉਣਾ ਹੋਏਗਾ ਤੇ ਸਾਰਿਆਂ ਨੂੰ ਇੱਕੋ ਸੁਰ ਦੇ ਵਿੱਚ ਇਸ ਚੀਜ਼ ਦੀ ਹਾਮੀ ਭਰਨੀ ਪਏਗੀ ਵੀ ਯਾਰ ਇਸ ਨੂੰ ਖਤਮ ਕਰਨਾ ਹੈ, ਇਸ ਦੇ ਵਿੱਚ ਬਲੇਮ ਗੇਮ ਜਾਂ ਇਸ ਤਰੀਕੇ ਦੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਨਾ ਹੋਣ, ਕਿਤੇ ਤੇ ਜਾ ਕੇ ਇਸ ਨੂੰ ਰੋਕਣਾ ਪਏਗਾ, ਇਹ ਮੰਨਦੇ ਹੋ? ਬਿਲਕੁਲ ਵਿਜੇ ਜੀ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਹਰ ਬੰਦੇ ਦੇ ਬੱਚੇ ਆ, ਹਰ ਬੰਦਾ ਚਾਹੁੰਦਾ ਕਿ ਮੇਰੇ ਬੱਚੇ ਵੀ ਉਸ ਪਾਸੇ ਨਾ ਚਲੇ ਜਾਣ, ਪਰ ਮੈਂ ਇੱਕ ਗੱਲ ਜ਼ਰੂਰ ਸਮਝਦਾ ਹੈਗਾ ਵਿਜੇ ਜੀ, ਮੈਂ ਇਸ ਉਹਦੇ ਉੱਤੇ ਤੁਹਾਡੇ ਇੱਕ ਵਾਰੀ ਤੁਸੀਂ ਕਨਸਰਟ ਕੀਤਾ ਸੀ ਸਿਰਫ ਐਨਡੀਪੀਐਸ ਐਕਟ ਦੇ ਉੱਤੇ, ਮੇਰੇ ਨਾਲ 2 ਬੰਦੇ ਬੈਠੇ ਸੀ, ਇੱਕ ਮਿਸਟਰ ਸ਼ਸ਼ੀਕਾਂਤ, ਇੱਕ ਮਿਸਟਰ ਮਲਕ, ਦੋਵੇਂ ਡੀਜੀਪੀ ਸੀ ਔਰ ਇਸ ਦੇ ਉੱਤੇ ਡਿਟੇਲ ਡਿਸਕਸ਼ਨ ਹੋਈ ਸੀ। ਉਹ ਕਹਿ ਕੇ ਉੱਠੇ ਸੀ ਕਿ ਵਕੀਲ ਸਾਹਿਬ ਜੋ ਕਹਿ ਰਹੇ ਆ ਬਿਲਕੁਲ ਸਹੀ ਕਹਿ ਰਹੇ ਹੈਗੇ। ਦੇਖੋ ਇਹ ਸਾਨੂੰ ਬਾਰ-ਬਾਰ ਕਹਿੰਦੇ ਆ ਕਿ ਅਸੀਂ ਜਿਹੜੇ ਆਪੋਜੀਸ਼ਨ ਵਾਲੇ ਹੈਗੇ ਇਹਨਾਂ ਦੇ ਉੱਤੇ ਐਲੀਗੇਸ਼ਨ ਲਾਉਂਦੇ ਆ। ਮੈਂ ਕਹਿੰਦਾ ਇਹਨਾਂ ਤੇ ਐਲੀਗੇਸ਼ਨ ਤਾਂ ਗਵਰਨਰ ਸਾਹਿਬ ਲਾ ਰਹੇ ਹੈਗੇ ਆ। ਗਵਰਨਰ ਸਾਹਿਬ ਨੇ ਇੱਥੇ ਤੱਕ ਕਹਿਤਾ ਕਿ ਜਿਹੜਾ ਨਸ਼ਾ ਸਕੂਲਾਂ ਤੱਕ ਪਹੁੰਚ ਚੁੱਕਿਆ ਹੈਗਾ, ਪਰ ਹੁਣ ਇਹਦੇ ਹੱਲ ਲਈ ਜਿਵੇਂ ਆਪਾਂ ਗੱਲ ਕਰੀਏ ਵਿਜੇ ਜੀ, ਮੈਂ ਤੁਹਾਨੂੰ ਇੱਕ ਗੱਲ ਕਹਿ ਦਵਾਂ, ਮੈਨੂੰ ਤੁਸੀਂ 2 ਘੰਟੇ ਬਿਠਾ ਰੱਖੋ, ਮੈਂ 2 ਘੰਟੇ ਦੇ ਵਿੱਚ ਇਹਦੀਆਂ ਪਚੀਦਗੀਆਂ ਦੱਸਦਾ ਰਹੂੰਗਾ ਕਿ ਕੀ ਹੈਗੀ ਆ। ਇੱਕ ਗੱਲ ਇਹ ਹੈਗੀ ਆ ਕਿ ਅੱਜ ਤੱਕ ਅਸੀਂ ਕਿਸੇ ਵੀ ਚੈਨਲ ਵਾਲੇ ਨੇ, ਕਿਸੇ ਵੀ ਪੁਲਿਸ ਵਾਲੇ ਨੇ, ਕਿਸੇ ਵੀ ਡੀਜੀਪੀ ਸਾਹਿਬ ਨੇ ਜਾਂ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਨਸ਼ੇ ਦਾ ਮੁੱਢ ਕਿੱਥੇ ਹੈਗਾ, ਉਹ ਮੁੱਢ ਕਿੱਥੋਂ ਆ ਰਿਹਾ। ਤੁਸੀਂ ਅਕਾਲੀ ਦਲ ਦਾ ਨਾਮ ਬਾਰ-ਬਾਰ ਲੈ ਰਹੇ ਸੀ। ਮੈਂ ਇੱਕ ਵਾਰੀ ਆਪਣੇ ਇੱਕ ਸਭ ਤੋਂ ਵੱਡੇ ਲੀਡਰ ਦੇ ਨਾਲ ਕਿਸੇ ਐਸਐਸਪੀ ਕੋਲ ਗਿਆ, ਬਾਰਡਰ ਰੇਂਜ ਦੇ ਕੋਲ, ਉਸਨੇ ਦੱਸਿਆ ਉਹਨਾਂ ਟਾਈਮਾਂ ਦੇ ਵਿੱਚ ਕਿ ਸਾਰੇ ਪੰਜਾਬ ਦੇ ਵਿੱਚ 1.5 ਕਿਲੋ ਜਿਹੜੀ ਹੈਗੀ ਹੀਰੋਇਨ ਫੜੀ ਗਈ, ਕੱਲੀ ਉਸ ਬਾਰਡਰ ਰੇਂਜ ਦੇ ਵਿੱਚ 0.5 ਕਿਲੋ ਫੜੀ ਗਈ, ਉਹਦੇ ਲਈ ਬਹੁਤ ਵੱਡੀ ਢੀਂਗ ਸੀ ਔਰ ਇਹ ਬਾਅਦ ਦੇ ਵਿੱਚ ਥੋੜੀ ਜਿਹੀ ਵਧਣੀ ਸ਼ੁਰੂ ਹੋ ਗਈ। ਅੱਜ ਕੁਆਂਟਲਾਂ 'ਚ ਆਮ ਚੱਲ ਰਹੀ ਹੈਗੀ, ਇਕੱਲੀ ਪੰਜਾਬ 'ਚ ਨਹੀਂ ਚੱਲ ਰਹੀ, ਗੁਜਰਾਤ ਦੇ ਵਿੱਚ ਵੀ ਚੱਲ ਰਹੀ। ਚਲੋ ਮੈਂ ਤੁਹਾਡੇ 'ਚ ਫਿਰ ਜੇ ਤੁਸੀਂ ਆંકੜਿਆਂ ਦੀ ਗੱਲ ਕਰ ਰਹੇ ਹੋ ਮੈਂ ਹੋਰ ਜੋੜ ਦਿੰਨਾ, ਜਿਸ ਵੇਲੇ ਹਰਦਿਆਲ ਮਾਨ ਜਦੋਂ ਐਸਐਸਪੀ ਹੁੰਦੇ ਸੀ ਫਤਿਹਗੜ੍ਹ ਸਾਹਿਬ ਦੇ, ਉਹਨਾਂ ਨੇ ਕਿੰਨੇ ਹਜ਼ਾਰ ਕਰੋੜ ਦੀ ਡਰੱਗਸ ਫੜੀ ਸੀ ਤੇ ਉਦੋਂ ਸਰਕਾਰ ਅਕਾਲੀ ਦਲ ਦੀ ਬਿਲਕੁਲ ਫੜੀ ਸੀ। ਜੇ ਸੀਗੀ ਤੇ ਫੜੀ ਗਈ ਨਾ ਜੀ, ਜੇ ਹੈਗੀ ਸੀ ਤੇ ਫੜੀ ਗਈ। ਮੈਂ ਦੰਨਾ ਵਿਜੇ ਜੀ ਉਹਦਾ ਜਵਾਬ ਦੰਨਾ ਵਿਜੇ ਜੀ। ਵਿਜੇ ਜੀ ਮੈਂ ਉਹਨਾਂ ਦੇ ਵਿੱਚ ਕੇਸਾਂ ਦੇ ਵਿੱਚ ਵਕੀਲ ਵੀ ਰਿਹਾ। ਉਹ ਜਿਹੜੇ ਕੇਸ ਸੀ ਨਾ ਉਹਨਾਂ ਦੇ ਵਿੱਚ ਡਰੱਗ ਇਸ ਤਰ੍ਹਾਂ ਦੀ ਨਹੀਂ ਸੀ ਕਿ ਉਹ ਡਰੱਗ ਸਿੰਥੈਟਿਕ ਡਰੱਗ ਸੀ, ਉਹਦੇ ਵਿੱਚ ਕੈਮੀਕਲ ਪਾ ਕੇ ਜਿਹੜਾ ਹੈਗਾ। ਚਲੋ ਜੀ ਗੱਲ ਤੇ ਕੰਨ ਇਧਰੋਂ ਫੜ ਲਓ ਜਾਂ ਉਧਰੋਂ ਫੜ ਲਓ, ਗੱਲ ਤੇ ਡਰੱਗਸ ਦੀ ਹੈ ਨਾ, ਉਹ ਬਣਾਈ ਗਈ ਸੀ, ਉਹ ਤਾਂ ਫਿਰ ਅੱਗੇ ਦੀ ਅੱਗੇ ਖੁੱਲੀ ਜਾਣੀਆਂ, ਉਹ ਤਾਂ ਫਿਰ ਬਦੀ ਦੇ ਵਿੱਚ ਫੈਕਟਰੀਆਂ ਫੜੀਆਂ ਗਈਆਂ, ਬਹੁਤ ਕੁਝ ਹੋਇਆ, ਅੱਜ ਵੀ ਅੰਡਰ ਟ੍ਰਾਇਲ ਹੈ ਸਭ ਕੁਝ। ਆਪਾਂ ਉਹਨਾਂ ਚੀਜ਼ਾਂ 'ਚ ਜਾਣਾ ਨਹੀਂ ਚਾਹੁੰਦੇ ਅਸਲ ਦੇ ਵਿੱਚ। ਮੈਂ ਉਹੀ ਦੱਸਦਾ, ਮੈਂ ਬੈਕਗ੍ਰਾਉਂਡ 'ਚ ਨਹੀਂ ਜਾਣਾ ਚਾਹੁੰਦਾ ਜੀ। ਮੇਰਾ ਸਵਾਲ ਬੜਾ ਸਿੱਧਾ ਹੈ। ਆਈ ਐਮ ਕੰਸਰਨਡ ਅਬਾਊਟ ਡਰੱਗਸ ਕਿ ਪੰਜਾਬ ਦੇ ਵਿੱਚ ਜੇ ਡਰੱਗਸ ਹੈਗੇ ਨੇ ਤੇ ਕੀ ਉਸ ਨੂੰ ਰੋਕਣ ਦੇ ਲਈ ਇੱਕਮਤ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?
ਜੇ ਮੰਨ ਲਓ ਪਿਛਲੇ ਸਮੇਂ ਦੇ ਵਿੱਚ ਕਿਸੇ ਦਾ ਰੰਜ ਹੈ ਕਿ ਜੀ ਸਾਡੀ ਨੁਕਤਾਚੀਨੀ ਹੋਈ ਜਾਂ ਸਾਡੀ ਨੁਕਤਾਚੀਨੀ ਹੋਈ, ਹਰ ਪਾਰਟੀ ਦੀ ਸਰਕਾਰ ਰਹੀ ਹੈ, ਤੇ ਜੇ ਅੱਜ ਉਸ ਨੂੰ ਰੋਕਣ ਲਈ ਕਦਮ ਅੱਗੇ ਵਧਦੇ ਹੈ ਤੇ ਪੁਲਿਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਐਪਰੀਸ਼ੀਏਟ ਕਰਨਾ ਚਾਹੀਦਾ, ਜਾਂ ਪੁਲਿਸ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ? ਮੈਂ ਇਹਦਾ ਜਵਾਬ ਦਿੰਦਾ ਜੀ। ਜਦੋਂ ਰਾਣੂ ਨੂੰ ਫੜਿਆ ਗਿਆ, ਜਦੋਂ ਉਹਦੇ ਰੈੱਡ ਲਾਈਟ ਵਾਲੀ ਗੱਡੀ ਦੇ ਮੂਹਰੇ ਪੁਲਿਸ ਦੀ ਜਿਪਸੀ ਜਾਂਦੀ ਸੀ, ਉਹਦੇ ਵਿੱਚ ਕਿੰਨੇ ਪੁਲਿਸ ਅਫਸਰਾਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਡਿਸਮਿਸ ਕੀਤਾ ਗਿਆ। ਕਦੇ ਕਿਸੇ ਨੇ ਉਹਦੀਆਂ ਗੱਡੀਆਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ? ਇਹਦਾ ਮਤਲਬ ਪੁਲਿਸ ਆਪ ਸਾਰਾ ਕੁਝ ਕਰਾ ਰਹੀ ਸੀ। ਇਸ ਤੋਂ ਇਲਾਵਾ ਕਿੰਨੇ ਪੁਲਿਸ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ ਨਾ ਜੀ, ਸਾਰਿਆਂ ਨੂੰ ਨਾ ਤਾਂ ਕਦੇ ਸਾਰੇ ਪੋਲੀਟੀਸ਼ੀਅਨ ਨੂੰ ਇੱਕੇ ਰੱਸੇ ਲਿਆ ਜਾ ਸਕਦਾ, ਨਾ ਕਦੇ ਸਾਰੀ ਪੁਲਿਸ ਨੂੰ ਇੱਕੇ ਰੱਸੇ। ਉਹ ਵਿਜੇ ਜੀ, ਸਾਰੇ ਲੋਕਾਂ ਨੂੰ ਅਸੀਂ ਨਸ਼ਾਈ ਵੀ ਨਹੀਂ ਕਹਿੰਦੇ, ਅਸੀਂ ਸਾਰੇ ਲੋਕਾਂ ਨੂੰ ਵੇਚਣ ਵਾਲੇ ਵੀ ਨਹੀਂ ਕਹਿੰਦੇ। ਬਿਲਕੁਲ ਸਹੀ ਗੱਲ ਹੈ। ਪਰ ਮੈਂ ਇੱਕ ਗੱਲ ਕਹਿਣਾ ਕਿ ਜੇ ਅਸੀਂ ਢੰਡੋਰਾ ਪਿੱਟੀ ਹੈ ਕਿ ਸਵੇਰੇ ਡੀਜੀਪੀ ਸਾਹਿਬ ਆ ਰਹੇ ਹੈਗੇ ਆ ਜਾਂ ਡੀਆਈਜੀ ਸਾਹਿਬ ਆ ਰਹੇ ਆ, ਪਿੰਡਾਂ ਦੇ ਵਿੱਚ ਰੇਡ ਹੋਣੀ ਹੈ। ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿੰਨਾ ਜਿਹੜਾ ਕ੍ਰਿਮੀਨਲ ਬੰਦਾ ਹੈਗਾ ਉਹ ਵਕੀਲ ਨਾਲੋਂ ਵੀ ਜ਼ਿਆਦਾ ਕਨਿੰਗ, ਇੰਟੈਲੀਜੈਂਟ ਐਂਡ ਫਰਟਾਈਲ ਬ੍ਰੇਨ ਹੁੰਦਾ ਹੈ। ਉਹ ਤੇ ਦੇਖੋ ਹੁਣ ਪੁਲਿਸ ਜਿਸ ਤਰੀਕੇ ਨਾਲ ਐਕਸ਼ਨ ਕਰਦੀ ਹੈ ਜੀ, ਉਹਨਾਂ ਨੇ ਦੇਖਣਾ ਹੈ। ਸੋਈ ਸਾਹਿਬ ਤੁਸੀਂ ਕਿਸ ਲਿਹਾਜ਼ ਨਾਲ ਦੇਖਦੇ ਹੋ? ਮੈਂ ਲੋਕਾਂ ਦੇ ਫਿਗਰਾਂ ਦਾ ਜ਼ਿਕਰ ਕਰ ਲਓ ਜਿੰਨਾ ਮਰਜ਼ੀ, ਇੱਕ ਸੈਕਿੰਡ ਧਾਰਨੀ ਸਾਹਿਬ, ਸੋਈ ਜੀ ਜਿੰਨਾ ਮਰਜ਼ੀ ਫਿਗਰਾਂ ਦਾ ਜ਼ਿਕਰ ਕਰ ਲਓ, ਸਟੱਡੀਜ਼ ਦਾ ਜ਼ਿਕਰ ਕਰ ਲਓ, ਹਰ ਕੋਈ ਆਪਣੇ ਤਰੀਕੇ ਨਾਲ ਸਟੱਡੀ ਕਰਦਾ, ਉਹਦੀ ਇੱਕ ਰਿਪੋਰਟ ਪੇਸ਼ ਕਰ ਦਿੰਦਾ, ਉਹਦੀਆਂ ਬਾਅਦ ਚ ਧਾਰਨਾਵਾਂ ਬਣ ਜਾਂਦੀਆਂ, ਉਹਨੂੰ ਅਲੱਗ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਠੀਕ ਹੈ, ਜਿਵੇਂ ਪੁਰਾਣੇ ਵੇਲੇ ਦੇ ਵਿੱਚ 70% ਦੀ ਗੱਲ ਆਈ, ਬਾਅਦ ਚ ਹਰ ਕਿਸੇ ਨੇ ਕਿਹਾ। ਮੈਨੂੰ ਇੱਕ ਇਹ ਵੀ ਯਾਦ ਹੈ ਕਿ ਇੱਕ ਪੁਲਿਸ ਦੇ ਟ੍ਰਾਇਲ ਹੋਏ ਸੀ ਮੋਹਾਲੀ ਦੇ ਵਿੱਚ, ਜਿਹੜਾ ਸਪੋਰਟਸ ਸਟੇਡੀਅਮ ਹੈ, ਉਸ ਸਟੇਡੀਅਮ ਦੇ ਵਿੱਚ ਪੁਲਿਸ ਦੇ ਟ੍ਰਾਇਲ ਹੋਏ ਸੀ। ਉਸ ਵੇਲੇ ਆਪਣੇ ਸੁਰੇਸ਼ ਕੁਮਾਰ ਡੀਜੀਪੀ ਸੀਗੇ ਪੰਜਾਬ ਦੇ। ਉਦੋਂ 2.5 ਲੱਖ ਮੁੰਡੇ ਦੇ ਡੋਪ ਟੈਸਟ ਹੋਏ, ਔਰ 2.5 ਲੱਖ ਮੁੰਡੇ ਦੇ ਡੋਪ ਟੈਸਟ ਦੇ ਵਿੱਚੋਂ 2500 ਜਿਹੜੇ ਪੋਜ਼ਿਟਿਵ ਆਏ। ਔਨ ਰਿਕਾਰਡ ਹੈ, ਬਾਬਾ ਫਰੀਦ ਯੂਨੀਵਰਸਿਟੀ ਨੇ ਇਹ ਟੈਸਟ ਕੀਤੇ ਸੀਗੇ ਤੇ 2500 ਆਏ। ਪਰ ਆਪਾਂ ਇਹ ਨਹੀਂ ਕਹਿੰਦੇ ਵੀ ਨਸ਼ਾ ਹੈਗਾ ਗਲੀ ਗਲੀ ਪਿੰਡਾਂ ਦੇ ਵਿੱਚ, ਘਰਾਂ 'ਚ ਲੋਕ ਛੋਟੇ ਮੋਟੇ ਪਹਿਲਾਂ ਕਰਦੇ ਆ, ਫਿਰ ਵੇਚਣ ਵੀ ਲੱਗ ਪੈਂਦੇ ਆ, ਔਰ ਅਲਟੀਮੇਟਲੀ ਉਹ ਚੇਨ ਅੱਗੇ ਵੱਧਦੀ ਜਾਂਦੀ ਆ। ਲਾਅ ਐਂਡ ਆਰਡਰ ਦਾ ਇਸ਼ੂ ਬਣ ਜਾਂਦਾ, ਉਹੀ ਸਨੈਚਿੰਗ ਨੂੰ, ਉਹੀ ਲੁੱਟਾਂ ਖੋਹਾਂ ਨੂੰ, ਉਹੀ ਚੋਰੀ ਦੀਆਂ ਘਟਨਾਵਾਂ ਨੂੰ ਅੱਗੇ ਦੀ ਅੱਗੇ ਉਹ ਚੇਨ ਜੁੜਦੀ ਜਾਂਦੀ ਹੈ। ਸੋ ਕੁੱਲ ਮਿਲਾ ਕੇ ਬੀਇੰਗ ਏ ਪੋਲੀਟੀਕਲ ਪਾਰਟੀ ਤੁਸੀਂ ਪੰਜਾਬ ਦੀ, ਕਿ ਤੁਸੀਂ ਇਹ ਨਹੀਂ ਸਮਝਦੇ ਕਿ ਜਿੰਨੀ ਜ਼ਿਆਦਾ ਸਖਤੀ ਹੋਊਗੀ, ਬਾਰਡਰ ਦੀ ਗੱਲ ਹੈ, ਗਵਰਨਰ ਸਾਹਿਬ ਗਏ ਨੇ, ਉਹਨਾਂ ਨੇ ਕਿਹਾ, ਪਰ ਉਹਨਾਂ ਨੇ ਇਕੱਲੇ ਇਲਜ਼ਾਮ ਨਹੀਂ ਲਾਏ, ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਸਖਤੀ ਨਾਲ ਰੋਕਣਾ ਹੈ, ਔਰ ਉਹ ਪੰਜਾਬ ਪੁਲਿਸ ਤੇ BSF ਮਿਲ ਕੇ ਰੋਕੇਗੀ। ਵਿਜੇ ਜੀ, ਜਿਹੜਾ ਕਿਸੇ ਵੀ ਕ੍ਰਾਈਮ ਨੂੰ ਰੋਕਣ ਵਾਸਤੇ ਦੋ ਫੀਅਰ ਜਿਹੜੇ ਨੇ ਉਹ ਬੜੇ ਇੰਪੋਰਟੈਂਟ ਨੇ। ਨੰਬਰ 1 ਫੀਅਰ ਹੈ FOBC, ਫੀਅਰ ਆਫ ਬੀਇੰਗ ਕੌਟ। ਜਿਹੜਾ ਕ੍ਰਿਮੀਨਲ ਹੈ ਉਹਨੂੰ ਫੜੇ ਜਾਣ ਦਾ ਡਰ ਹੋਣਾ ਚਾਹੀਦਾ ਹੈ ਜੀ। FOBC, ਜਦੋਂ ਤੱਕ ਤੁਸੀਂ ਉਹ ਫੀਅਰ ਕ੍ਰੀਏਟ ਨਹੀਂ ਕਰਦੇ ਨਾ, ਉਹਨਾਂ ਤੱਕ ਕ੍ਰਿਮੀਨਲ ਆਪਣੇ ਕ੍ਰਾਈਮ ਨੂੰ ਛੱਡਦਾ ਨਹੀਂ ਹੈ। ਨੰਬਰ ਦੂਸਰਾ ਫੀਅਰ ਹੈਗਾ ਫੀਅਰ ਆਫ ਬੀਇੰਗ ਪਨਿਸ਼ਡ, FOBP। ਜੇ ਤੁਸੀਂ ਉਹਨੂੰ ਫੜੇ ਜਾਣ ਦਾ ਡਰ, ਜੇ ਉਹਨੂੰ ਫੜ ਲਿਆ ਫਿਰ ਇਹਨੂੰ ਡਰ ਹੋਵੇ ਕਿ ਮੈਨੂੰ ਪਨਿਸ਼ਮੈਂਟ ਵੀ ਮਿਲਣੀ ਹੈ। ਜਿਵੇਂ ਇਹਨਾਂ ਨੇ ਕਿਹਾ, ਨੀਲ ਗਰਗ ਹੋਣਾ ਨੇ, ਜਿਵੇਂ ਯੂਪੀ ਦੇ ਵਿੱਚ ਐਕਸਪੈਰੀਮੈਂਟ ਕੀਤਾ ਜੋਗੀ ਸਾਹਿਬ ਨੇ, ਕਿ ਜਿਹੜੇ ਵੀ ਗੈਂਗਸਟਰ ਫੜਦੇ ਸੀਗੇ ਉਹਨਾਂ ਦੇ ਘਰਾਂ ਨੂੰ ਢਾ ਦਿੱਤਾ ਜਾਂਦਾ ਸੀਗਾ, ਪ੍ਰਾਪਰਟੀਆਂ ਜ਼ਬਤ ਕਰ ਲਿੱਤੀਆਂ ਜਾਂਦੀਆਂ ਸੀਗੀਆਂ, ਤਾਂ ਕਿ ਅੱਗੇ ਤੋਂ ਲੋਕਾਂ ਨੂੰ ਡਰ ਪੈ ਜਾਏ ਕਿ ਅਸੀਂ ਇਸ ਕ੍ਰਾਈਮ ਵੱਲ ਨਹੀਂ ਜਾਣਾ। ਲੇਕਿਨ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਸਾਡੀ ਇਸ ਸਰਕਾਰ ਦੀ ਕੋਈ ਪਾਲਿਸੀ ਇਸ ਵਕਤ ਨਜ਼ਰ ਨਹੀਂ ਆਉਂਦੀ। ਤੁਸੀਂ ਮਾਈਨਿੰਗ ਪਾਲਿਸੀ ਬਣਾ ਲਈ, ਤੁਸੀਂ ਇੰਡਸਟਰੀਅਲ ਪਾਲਿਸੀ ਬਣਾ ਲਈ, ਤੁਹਾਡੀ ਸਭ ਤੋਂ ਵੱਡੀ ਪ੍ਰੋਬਲਮ ਇਸ ਵਕਤ ਹੈਗੀ ਡਰੱਗਸ ਦੀ। ਤੁਸੀਂ ਡਰੱਗਸ ਦੇ ਖਿਲਾਫ ਕੋਈ ਐਂਟੀ ਡਰੱਗ ਪਾਲਿਸੀ ਬਣਾਈ। ਤੁਹਾਨੂੰ ਪਤਾ ਹੈਗਾ ਤੁਹਾਡੇ 29 ਪੁਲਿਸ ਜ਼ਿਲ੍ਹੇ ਨੇ, 29 ਪੁਲਿਸ ਜ਼ਿਲ੍ਹਿਆਂ 'ਚ ਕਿੰਨੇ SHO ਨੇ, ਤੁਹਾਨੂੰ ਪਤਾ ਕਿਸ SHO ਦੇ ਇਲਾਕੇ 'ਚ ਕਿੰਨਾ ਨਸ਼ਾ ਵਿਕਦਾ ਹੈ। ਕੀ ਤੁਸੀਂ ਉਹਨਾਂ ਦੀ SSPs ਦੀ, SHOs ਦੀ ਅਕਾਊਂਟੇਬਿਲਿਟੀ ਫਿਕਸ ਕੀਤੀ? ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਲੁਧਿਆਣੇ ਸ਼ਹਿਰ 'ਚ ਇੱਕ ਕੱਲ ਇਹਨਾਂ ਨੇ ਕੋਈ ਜਿਹੜਾ ਪ੍ਰੋਸਟੀਟਿਊਸ਼ਨ ਦਾ ਇੱਕ ਫੜਿਆ, ਹੋਟਲਾਂ 'ਚ ਰੇਡ ਰੂਡ ਮਾਰੀ, ਤੇ ਉਹਨੂੰ ਇੱਕ ਉਹਦੇ CIA ਸਟਾਫ ਦੇ ਇੰਚਾਰਜ ਨੂੰ ਸਸਪੈਂਡ ਕਰਤਾ ਤੇ ਇੱਕ ਚੌਂਕੀ ਇੰਚਾਰਜ ਨੂੰ ਸਸਪੈਂਡ ਕਰਤਾ। ਜੇ ਉੱਥੇ ਇਲਾਕੇ 'ਚ ਨਸ਼ਾ ਵਿਕਦਾ ਹੈ ਜਾਂ ਨਸ਼ਾ ਵਿਕਦਾ ਜਾਂ ਨਸ਼ਾ ਕੰਜ਼ੰਪਸ਼ਨ ਹੁੰਦਾ ਹੈ, ਕੀ ਤੁਸੀਂ ਏਦਾਂ ਦੇ ਐਗਜ਼ਾਮਪਲ ਸੈੱਟ ਕੀਤੇ ਕਿ SHO ਨੂੰ ਸਸਪੈਂਡ ਕਰਤਾ ਤੇ ਚੌਂਕੀ ਇੰਚਾਰਜ ਨੂੰ ਡਿਸਮਿਸ ਕਰਤਾ? ਕਿਉਂ ਤੁਸੀਂ ਏਦਾਂ ਦੀਆਂ ਫੀਅਰ ਜਿਹੜਾ ਹੈਗਾ ਪੁਲਿਸ ਆਫੀਸਰ, ਦੇਖੋ ਇਨਫੋਰਸਮੈਂਟ ਏਜੰਸੀਜ਼ ਕਿਹੜੀ ਹੈ,
ਲੋਕਾਂ ਦੇ ਨਾਲ ਰਾਬਤਾ ਇਸ ਵਕਤ ਸਭ ਤੋਂ ਨੇੜੇ ਦੀ ਪੁਲਿਸ ਜਿਹੜੀ ਹੈ ਉਹ ਇਨਫੋਰਸ ਪੁਲਿਸ ਹੈ, ਪੰਜਾਬ ਪੁਲਿਸ। ਠੀਕ ਹੈ, ਜਿੰਨਾ ਤੱਕ ਤੁਸੀਂ free ਚਲੋ hand ਨਹੀਂ ਆਪਾਂ ਥੋੜਾ ਜਿਹਾ ਬਰੀਫ ਰੱਖੀਏ। ਤੁਹਾਡਾ ਪੁਆਇੰਟ ਆ ਗਿਆ, ਮੈਂ ਸਮਝ ਗਿਆ ਤੁਹਾਡਾ ਪੁਆਇੰਟ। ਗਰਗ ਸਾਹਿਬ ਤੋਂ ਜਵਾਬ ਲੈ ਲਈਏ, ਫਿਰ ਮੈਂ ਸੁਖਦੇਵ ਜੀ ਕੋਲ ਜਾਣਾ ਹੈ। ਗਰਗ ਸਾਹਿਬ ਵਿਜੇ ਜੀ ਇੱਕ ਇਹਦੇ ਨਾਲ ਰਿਲੇਟਡ ਜਿਹੜਾ ਕੁਐਸਚਨ ਹੈ ਨਾ ਉਹਦਾ ਵੀ ਜਵਾਬ ਲੈ ਲਿਓ। ਪਹਿਲਾਂ ਕਿਹਾ ਜਾਂਦਾ ਸੀਗਾ ਪੋਲੀਟੀਸ਼ੀਅਨਸ ਦੀਆਂ ਗੱਡੀਆਂ ਤੇ ਲਾਲ ਬੱਤੀਆਂ ਲਾ ਕੇ ਤੇ ਡਰੱਗ ਸਪਲਾਈ ਹੁੰਦਾ, ਤੇ ਰਾਣੂ ਦੀ ਐਗਜ਼ਾਮਪਲ ਵੀ ਦਿੱਤੀ। ਜਿਹੜੇ ਅੰਮ੍ਰਿਤਸਰ ਦੇ ਅਕਾਲੀ ਲੀਡਰ ਸੀ ਉਹਨਾਂ ਦਾ ਨਾਮ ਵੀ ਬੜਾ ਚਰਚਾ ਚ ਆਇਆ ਸੀਗਾ, ਇਹਨਾਂ ਨੇ ਮਾਫੀਆ ਵੀ ਬਾਅਦ ਚ ਮੰਗੀ ਸੀਗੀਆਂ। ਕੁਐਸਚਨ ਹੈ ਕਿ ਅੱਜ ਵੀ ਉਹ ਨੈਕਸਸ ਜਿਹੜਾ ਹੈ ਉਹ ਨੈਕਸਸ ਤੋਂ ਬਿਨਾਂ ਨਸ਼ਾ ਸ਼ਹਿਰਾਂ ਪਿੰਡਾਂ 'ਚ ਸ਼ਹਿਰਾਂ 'ਚ ਨਹੀਂ ਵਿਕ ਸਕਦਾ। ਉਹਦੇ ਬਾਰੇ ਇਹਨਾਂ ਦਾ ਕੀ ਖਿਆਲ ਹੈ, ਇਹਨਾਂ ਨੂੰ ਉਹ ਵੀ ਪੁੱਛੋ। ਗਰਗ ਸਾਹਿਬ ਜਵਾਬ ਦੇ ਦਿਓ ਜੀ। ਬਰਾੜ ਸਾਹਿਬ ਬਿਲਕੁਲ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਆ ਰਿਹਾ ਧਾਰਨੀ ਸਾਹਿਬ, ਅਸੀਂ ਨੁਕਤਾਚੀਨੀ ਨੂੰ ਵੀ ਪੋਜ਼ਿਟਿਵ ਚ ਲੈਨੇ ਆ। ਅੱਜ ਜਿਸ ਮੁਕਾਮ ਦੇ ਉੱਤੇ ਪੰਜਾਬ ਖੜਾ ਹੈ ਔਰ ਜਿਸ ਮੁਕਾਮ ਦੇ ਉੱਤੇ ਜਿਹੜਾ ਹੈਗਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ੇ ਨੂੰ ਖਤਮ ਕਰਨ ਅਸਲ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰ ਰਿਹਾ। ਅਸਲ ਦੇ ਵਿੱਚ ਜਿਹੜੀ ਗੱਲ ਸੋਈ ਸਾਹਿਬ ਕਹਿਣਾ ਚਾਹ ਰਹੇ ਆ ਜਾਂ ਦੂਜੇ ਬੁਲਾਰੇ ਕਹਿਣਾ ਚਾਹ ਰਹੇ ਆ ਕਿ ਐਕਸ਼ਨ ਠੀਕ ਹੈ, ਪਰ ਯੂਪੀ ਦੀ ਜਿਹੜੀ ਉਹਨਾਂ ਨੇ ਉਦਾਹਰਨ ਦਿੱਤੀ ਹੈ ਵੀ ਉਹ ਗਰਾਊਂਡ ਤੇ ਐਕਸ਼ਨ ਨਜ਼ਰ ਨਹੀਂ ਆਇਆ। ਵੀ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੇ ਜੇਸੀਬੀਆਂ ਚੱਲਦੀਆਂ, ਤਸਕਰਾਂ ਦੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਹੁੰਦੀ। ਕਿ ਇਹ ਵੀ ਤਸਵੀਰਾਂ ਜਾਂ ਵੀਡੀਓ ਨਜ਼ਰ ਆਉਣਗੇ ਜੋ ਯੂਪੀ ਦੇ ਵਿੱਚ ਆਏ, ਔਰ ਡਰ ਜਿਹੜਾ ਹੈ ਇਸ ਚੀਜ਼ ਨੂੰ ਹੋਰ ਸਖਤੀ ਤਰੀਕੇ ਦੇ ਨਾਲ ਦਿਖਾਇਆ ਜਾਊਗਾ। ਅਸਲ ਦੇ ਵਿੱਚ ਇਹ ਹੈ ਬਿਲਕੁਲ ਹਾਂ ਬਰਾੜ ਸਾਹਿਬ, ਬਿਲਕੁਲ ਜਿਹੜਾ ਹੈਗਾ ਮਾਨ ਸਾਹਿਬ ਦੀ ਸਰਕਾਰ ਦਾ ਨਸ਼ਿਆਂ ਦੇ ਪ੍ਰਤੀ ਜ਼ੀਰੋ ਟੋਲਰੈਂਸ ਹੈਗਾ। ਮੈਂ ਜਿੱਦਾਂ ਕਹਿ ਰਿਹਾ ਸੀ, ਅਸੀਂ ਇਹਨੂੰ ਪੋਜ਼ਿਟਿਵ ਨੋਟ ਤੋਂ ਕਿੱਦਾਂ ਲੈਣਾ ਚਾਹੁੰਦੇ ਆ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕੋਈ ਡਰੋਨ ਐਸਾ ਨਹੀਂ ਹੁੰਦਾ ਜਿਹਦੇ ਵਿੱਚ ਨਸ਼ਾ ਨਾ ਆਇਆ ਹੋਵੇ, ਜਿਹ 'ਚ ਹਥਿਆਰ ਨਾ ਆਉਂਦੇ ਹੋਣ। ਰੋਜ਼ ਤਸਵੀਰਾਂ ਆਉਂਦੀਆਂ ਨੇ ਜੀ ਜਿਹੜੀਆਂ ਵੀ BSF ਫੜਦੀ ਹੈ। ਬਿਲਕੁਲ ਰੋਜ਼ ਆ ਰਿਹਾ। ਅਸੀਂ ਇਹਦੀ ਕੋਈ ਜਾਨੀ ਕਿ ਮੈਂ ਪੋਲੀਟੀਕਲ ਨਿਖੇਧੀ ਨਹੀਂ ਕਰਦਾ, ਇਹਦੇ ਕੋਈ ਖਿਲਾਫ ਨਹੀਂ ਆ ਇਹਨਾਂ ਦੇ ਬੀਜੇਪੀ ਦੇ, ਲੇਕਿਨ ਅਸੀਂ ਕੇਂਦਰ ਦੀ ਸਰਕਾਰ ਤੋਂ ਲਗਾਤਾਰ ਸਹਿਯੋਗ ਮੰਗ ਰਹੇ ਹਾਂ। ਮੁੱਖ ਮੰਤਰੀ ਸਾਹਿਬ ਵੀ ਮਿਲੇ, ਗ੍ਰਹਿ ਮੰਤਰੀ ਸਾਹਿਬ ਨੂੰ ਵੀ ਮਿਲੇ ਕਿ ਭਾਈ ਜਿਹੜਾ ਕਿਉਂਕਿ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਆ, ਸਾਡਾ ਸਹਿਯੋਗ ਕਰੋ। ਇੰਟਰਨੈਸ਼ਨਲ ਜਿਹੜੇ ਬਾਰਡਰ ਹੈਗੇ ਉਹਦੀ ਸੁਰੱਖਿਆ ਤੁਹਾਡੇ ਜ਼ਿੰਮੇ ਹੈਗੀ ਹੈ, 50 ਕਿਲੋਮੀਟਰ ਤੱਕ ਦਾ ਦਾਇਰਾ ਤੁਹਾਡੇ ਜ਼ਿੰਮੇ ਹੈਗਾ। ਸੋ ਇਸ ਕਰਕੇ ਜੇ ਫੋਰਸਸ ਮਿਲ ਕੇ ਕੰਮ ਕਰਨਗੀਆਂ ਉਹ ਉਹਨਾਂ ਨੂੰ ਉੱਥੇ ਰੋਕਣ ਦੇ ਵਿੱਚ ਸਹਾਈ ਹੋ। ਜਿਹੜਾ ਅੰਦਰ ਕੰਮ ਕਰ ਲਓ ਪਲੀਜ਼, ਅਸੀਂ ਰੋਕਾਂਗੇ ਤਾਂ ਉਹ ਮਿਲ ਕੇ ਜਿਹੜਾ ਹੈਗਾ ਕਿਉਂ ਟੋਕਦੇ ਹੋ? ਗੱਲ ਕਰ ਲੈਂਦੇ ਯਾਰ ਕਰੋ ਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ 2 ਦਿਨ ਵਾਸਤੇ ਲਖਨਊ ਭੇਜ ਦਿਓ ਤੇ ਉਹਨਾਂ ਆਪਣੇ ਯੋਗੀ ਦਿੱਤੇ ਨਾਲ ਜੀਕੋ ਕਲਾਸ ਉਹਨਾਂ ਦੀ 2 ਦਿਨ ਵਾਸਤੇ ਲਗਵਾ ਦਿਓ, ਫਿਰ ਆਟੋਮੈਟਿਕਲੀ ਦੇਖਿਓ ਗੁੰਡਾਗਰਦੀ ਵੀ ਖਤਮ ਹੋ ਜਾਏਗੀ। ਦਿੱਤਾ ਜੋਗੀ ਕੀ ਕਰਦਾ ਸਭ ਨੂੰ ਪਤਾ। 1 ਮਿੰਟ ਸੋਈ ਸਾਹਿਬ, 1 ਮਿੰਟ ਟਿਕ ਕੇ ਨਾ ਗੱਲ ਵਿੱਚੋਂ ਨਾ ਬੋਲਿਆ ਕਰੋ। ਗੱਲ ਬੜੀ ਅਸੀਂ ਪੋਜ਼ਿਟਿਵ ਨੋਟ ਦੇ ਵਿੱਚ ਗੱਲ ਕਰਨੀ ਚਾਹੁੰਦੇ ਆ ਤੇ ਤੁਸੀਂ ਹਮੇਸ਼ਾ ਉਸ ਦੇ ਵਿੱਚ ਨੁਕਤਾਚੀਨੀ ਵਾਲੀ ਰਾਜਨੀਤੀ ਚੋਂ ਅਸੀਂ ਤੁਹਾਡੇ ਤੋਂ ਗੱਲ ਤੇ ਕਰ ਲੈਂਦੇ ਹੋ ਯਾਰ। ਬਰਾੜ ਸਾਹਿਬ ਇਹਨਾਂ ਨੂੰ ਬੁਲਾ ਲਓ, ਪਹਿਲਾਂ ਮੈਂ ਬਾਅਦ ਚ ਬੋਲਦਾ। ਇਹਨਾਂ ਨੂੰ ਪੁੱਛੋ ਕੀ ਬੋਲਣਾ। ਤੁਸੀਂ ਗਰਗ ਸਾਹਿਬ ਆਪਣੀ ਗੱਲ ਕਹਿ ਲਓ ਜੀ, ਫਿਰ ਇਹਨਾਂ ਨੂੰ 1 ਮਿੰਟ ਰੋਕੋ। ਕੋਈ ਗੱਲ ਨਹੀਂ, ਚਲੋ ਹੁਣ ਸਮਝਦਾਰ ਬੰਦੇ ਨੇ, ਹੁਣ ਮੈਂ ਵਾਰੀ ਕੀ ਕਵਾਂ। ਚਲੋ ਤੁਸੀਂ ਆਪਣੀ ਗੱਲ ਕਹਿ ਲਓ। ਅਸੀਂ ਕੀ ਹੈਗਾ ਅਸੀਂ ਕੀ ਹੈਗਾ ਕੇਂਦਰ ਸਰਕਾਰ ਤੋਂ ਸਹਿਯੋਗ ਮੰਗਦੇ ਆ। ਉਹ ਆਪਦੀ BSF ਨੂੰ ਅਲਰਟ ਕਰੋ, ਬਾਰਡਰਾਂ ਦੀ ਰੱਖਿਆ ਕਰੋ, ਜਿਹੜਾ ਬਾਹਰੋਂ ਆਉਂਦਾ ਉਹਨੂੰ ਰੋਕੋ। ਪੰਜਾਬ ਪੁਲਿਸ ਦੀ ਮਾਡਰਨਾਈਜੇਸ਼ਨ ਵਾਸਤੇ ਅਸੀਂ ਤੁਹਾਡੇ ਤੋਂ ਸਪੈਸ਼ਲ ਹੈਲਪ ਮੰਗੀ, ਤੁਸੀਂ ਸਾਨੂੰ ਨਹੀਂ ਦਿੱਤੀ। ਅਸੀਂ ਪੰਜਾਬ ਜਿਹੜਾ ਸਰਹੱਦੀ ਸੂਬਾ ਹੈਗਾ, ਇੱਥੇ ਰੁਜ਼ਗਾਰ ਪੈਦਾ ਕਰਨ ਵਾਸਤੇ ਤੁਹਾਡੇ ਤੋਂ ਸਪੈਸ਼ਲ ਪੈਕੇਜ ਮੰਗਿਆ, ਤੁਸੀਂ ਨਹੀਂ ਦਿੱਤਾ। ਇਸ ਕਰਕੇ ਤੁਹਾਨੂੰ ਤੇ ਪੰਜਾਬ ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ। ਮੈਂ ਨੁਕਤਾਚੀਨੀ ਨਹੀਂ ਕਰ ਰਿਹਾ, ਮੈਂ ਤੁਹਾਡੇ ਤੋਂ ਸਹਿਯੋਗ ਮੰਗ ਰਿਹਾ। ਆਮ ਆਦਮੀ ਪਾਰਟੀ ਵੱਲੋਂ, ਸਰਕਾਰ ਵੱਲੋਂ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦੇ ਹਾਂ। ਔਰ ਆਦਿਤਿਆ ਜੋਗੀ ਨਾਥ ਬਾਰੇ ਉਹ ਸਾਰਾ ਕੁਝ ਯਾਨੀ ਕਿ ਨੈਸ਼ਨਲ ਕ੍ਰਾਈਮ ਬਿਊਰੋ ਰਿਕਾਰਡ ਜਿਹੜਾ ਹੈਗਾ, ਸਾਨੂੰ ਦੱਸਣ ਦੀ ਕੀ ਲੋੜ ਹੈ? ਤੁਹਾਡੀ ਆਪਣੀ ਏਜੰਸੀ ਹੈ, ਨੈਸ਼ਨਲ ਏਜੰਸੀ ਹੈ, ਉਹ ਸਾਰਾ ਕੁਝ ਦੱਸਦਾ ਹੈਗਾ। ਰਿਕਾਰਡ ਦੇ ਵਿੱਚ ਕਮੀ ਆਈ ਹੈ ਜਾਂ ਰਿਕਾਰਡ ਜ਼ਿਆਦਾ ਹੈਗਾ? ਪੰਜਾਬ ਦਾ ਉਹਦੇ ਮੁਕਾਬਲੇ ਕਿੱਥੇ ਖੜਾ ਹੈ ਔਰ ਯੂਪੀ ਕਿੱਥੇ ਖੜਾ ਹੈ? ਇਹ ਕਿਸੇ ਨੂੰ ਛੁਪਿਆ ਥੋੜੋ ਹੈਗਾ। ਸੋ ਇਸ ਕਰਕੇ ਅਸੀਂ ਇਹਨਾਂ ਨੁਕਤਾਚੀਨੀ ਚ ਨਾ ਪਈਏ। ਪੰਜਾਬ ਸਭ ਦਾ ਸਾਂਝਾ ਹੈਗਾ। ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਸ਼ਿੱਦਤ ਦੇ ਨਾਲ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਨੁਕਤਾਚੀਨੀ ਕਰਨ ਦੀ ਬਜਾਏ ਜੇਕਰ ਕੰਸਟਰਕਟਿਵ ਤੁਹਾਡੇ ਕੋਲ ਸੁਝਾਅ ਹੈ